ਸੋ ਹੈਲੋ ਵਿਊਅਰਸ। ਸੋ ਅੱਜ ਅਸੀਂ ਹਿਸਟਰੀ ਦੇ ਚੈਪਟਰ ਦੂਸਰੀ ਦੀ ਗੱਲ ਕਰਾਂਗੇ। ਆਪਾਂ ਸੈਕਿੰਡ ਚੈਪਟਰ ਦੀ ਪੰਜਾਬ ਦੇ ਇਤਿਹਾਸ ਨਿਰਮਾਣ ਵਿੱਚ ਔਂਕੜਾਂ ਅਤੇ ਸਮੱਸਿਆਵਾਂ। ਠੀਕ ਹੈ, ਅਤੇ ਸਭ ਤੋਂ ਪਹਿਲਾਂ ਫਸਟ ਸਲਾਈਡ ਦੇ ਵਿੱਚ ਆਪਾਂ ਦੇਖ ਰਹੇ ਹਾਂ ਇੱਕ ਮੈਪ ਜੋ ਕਿ ਪੰਜਾਬ ਮੁਗਲ ਸਾਮਰਾਜ ਦਾ ਇੱਕ ਅੰਗ ਸੀਗਾ। ਜਦੋਂ ਪੰਜਾਬ ਮੁਗਲ ਸਾਮਰਾਜ ਦਾ ਇੱਕ ਅੰਗ ਸੀਗਾ, ਆਪਾਂ ਪੁਰਾਤਨ ਸਮੇਂ ਦੀ ਗੱਲ ਕਰ ਰਹੇ ਹਾਂ ਹਿਸਟਰੀ ਦੇ ਵਿੱਚ, ਜਦੋਂ ਉਸ ਟਾਈਮ 'ਤੇ ਪੰਜਾਬ ਜਿਹੜਾ ਸੀਗਾ ਮੁਗਲ ਸਾਮਰਾਜ ਦਾ ਇੱਕ ਅੰਗ ਸੀਗਾ। ਕਿਹੜੇ ਲਾਹੌਰ ਅਤੇ ਮੁਲਤਾਨ ਉਹਦੇ ਸਭ ਤੋਂ ਮੇਨ ਜਿਹੜੇ ਵੱਡੇ ਸ਼ਹਿਰ ਸੀਗੇ। ਠੀਕ ਹੈ, ਸਮਰਾਟ ਅਕਬਰ ਦੇ ਸਮੇਂ ਜਿਹੜਾ 15 ਪ੍ਰਾਂਤਾਂ ਵਿੱਚੋਂ ਪੰਜਾਬ, ਬਾਅਦ ਵਿੱਚ ਕਸ਼ਮੀਰ ਨੂੰ ਕਾਬਲ ਤੋਂ ਅਤੇ ਸਿੰਧ ਨੂੰ ਮੁਲਤਾਨ ਤੋਂ ਅਲੱਗ ਕਰਕੇ 2 ਨਵੇਂ ਸੂਬੇ ਹੋਰ ਬਣਾ ਦਿੱਤੇ ਗਏ। ਠੀਕ ਹੈ, ਇਸ ਨੂੰ ਆਪਾਂ ਡਿਟੇਲ ਵਿੱਚ ਆਉਣ ਵਾਲੇ ਚੈਪਟਰਸ ਦੇ ਵਿੱਚ ਆਪਾਂ ਪੜ੍ਹਾਂਗੇ। ਇਹ ਥੋੜ੍ਹਾ ਜਿਹੜਾ ਸਾਨੂੰ ਆ ਪੰਜਾਬ ਦੇ ਬਾਰੇ ਇਹਨਾਂ ਨੇ ਦੱਸਿਆ ਗਿਆ ਵਾ, ਜਿਵੇਂ ਕਿ ਚੈਪਟਰ ਦਾ ਨੇਮ ਆ ਪੰਜਾਬ ਦੇ ਇਤਿਹਾਸ ਨਿਰਮਾਣ ਵਿੱਚ ਔਂਕੜਾਂ ਅਤੇ ਸਮੱਸਿਆਵਾਂ। ਯਾਨੀ ਕਿ ਪੰਜਾਬ ਦੀ ਜਿਹੜੀ ਹਿਸਟਰੀ ਨੂੰ ਜਦੋਂ ਉਹਨਾਂ ਨੇ ਡਿਵੈਲਪ ਕੀਤਾ, ਬਣਾਇਆ ਗਿਆ, ਉਹਦੇ ਵਿੱਚ ਸਾਨੂੰ ਕੀ ਸਮੱਸਿਆਵਾਂ ਔਂਕੜਾਂ ਆਈਆਂ, ਅਤੇ ਆਪਾਂ ਨੂੰ ਇਹਦੇ ਬੜੇ ਜਿਹੜੇ ਆ ਉਹਨਾਂ ਦੇ ਗ੍ਰੰਥ ਵਗੈਰਾ ਨੇ ਜਿਹੜੇ ਕਿ ਇਸ ਇਤਿਹਾਸ ਨੂੰ ਇੰਡੀਕੇਟ ਕਰਦੇ ਨੇ, ਉਹ ਸਾਰੀ ਚੀਜ਼ਾਂ ਬਾਰੇ ਆਪਾਂ ਪੜ੍ਹਾਂਗੇ। ਠੀਕ ਹੈ, ਸੋ ਇੱਥੇ ਪਹਿਲਾ ਪੁਆਇੰਟ ਸਾਡੇ ਕੋਲ ਐਵੇਂ ਨਿਕਲ ਕੇ ਆਉਂਦਾ ਵਾ ਕਿ ਮੁਗਲ ਸਮਰਾਟ ਦੇ ਸਮੇਂ ਇਤਿਹਾਸਕਾਰਾਂ ਨੇ ਕੇਵਲ ਮੁਗਲ ਸਮਰਾਟਾਂ 'ਤੇ ਅਤੇ ਮੁਗਲ ਸਾਮਰਾਜ ਬਾਰੇ ਹੀ ਲਿਖਿਆ। ਕਿਉਂਕਿ ਉਹਨਾਂ ਨੇ ਆਪਣੀ ਜਿਹੜੀ ਸੀਗੇ ਰਾਜ, ਆਪਣੀ ਧਰਮ ਅਤੇ ਆਪਣੀ ਜਿਹੜੀ ਸੀਗੀ ਪ੍ਰਸ਼ੰਸਾ ਨੂੰ ਵਧਾਉਣ ਲਈ ਆਉਣ ਵਾਲੀ ਪੀੜ੍ਹੀਆਂ ਤੱਕ ਉਹਨਾਂ ਨੇ ਆਪਣੀ ਲਿਖਵਾਈ। ਠੀਕ ਹੈ, ਉਹਨਾਂ ਨੇ ਪੰਜਾਬ ਨੂੰ ਜਿਹੜਾ ਵਾ ਬਹੁਤ ਹੀ ਘੱਟ, ਯਾਨੀ ਕਿ ਨਾਮ ਮਾਤਰ ਤੱਕ ਹੀ ਦੱਸਿਆ ਕਿ ਇਹ ਪੰਜਾਬ ਦੇ ਬਾਰੇ ਆ। ਇਸ ਕਰਕੇ ਪੰਜਾਬ ਬਾਰੇ ਕੇਵਲ ਸੰਕੇਤਕ ਹੀ ਲਿਖਿਆ ਗਿਆ, ਅਤੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਵਾ ਇਹ ਸਾਨੂੰ ਇਨਫੋਰਮੇਸ਼ਨ ਜਿਹੜੀ ਮਿਲਦੀ ਆ ਮੁਗਲ ਸਮਰਾਟਾਂ ਅਤੇ ਮੁਗਲ ਸਾਮਰਾਜ ਬਾਰੇ ਹੀ ਮਿਲਦੀ ਆ। ਠੀਕ ਹੈ, ਫਿਰ ਵੀ ਕਿਸੇ ਤਰੀਕੇ ਨਾਲ ਸਾਨੂੰ ਕਿਤੋਂ ਨਾ ਕਿਤੋਂ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਜਿਹੜੀ ਗੇਨ ਕੀਤੀ ਜਿਹੜੀ ਸਾਨੂੰ ਮਿਲੀ ਹੈ, ਉਹ ਆਪਾਂ ਆਉਣ ਵਾਲੀ ਸਲਾਈਡ ਦੇ ਵਿੱਚ ਪੜ੍ਹਦੇ ਹਾਂ। ਸੋ ਦੂਸਰਾ ਪੁਆਇੰਟ, ਮਿਥਿਹਾਸ ਅਤੇ ਇਤਿਹਾਸ ਦੀ ਮਿਲਾਵਟ। ਜਿਵੇਂ ਆਪਾਂ ਪੰਜਾਬ ਦੇ ਇਤਿਹਾਸ ਦੀ ਗੱਲ ਕਰਦੇ ਪਏ ਅਤੇ ਇੱਥੇ ਮਿਥਿਹਾਸ ਵੀ ਸਾਨੂੰ ਮਿਲੇਗਾ ਅਤੇ ਇਤਿਹਾਸ ਵੀ। ਮਿਥਿਹਾਸ ਉਹ ਹੁੰਦਾ ਹੈ ਕਿ ਜਿਹੜਾ ਸਿਰਫ ਮਿਥਿਆ ਜਾਂਦਾ, ਜਿਹਦਾ ਕੋਈ ਫੈਕਟ ਤੱਥ ਨਹੀਂ ਹੈਗਾ। ਠੀਕ ਹੈ, ਕੋਈ ਸੱਚਾਈ ਨਹੀਂ, ਕੋਈ ਰਿਐਲਿਟੀ ਦੇ ਬੇਸ 'ਤੇ ਨਹੀਂ, ਸਿਰਫ ਮਿਥਿਆ ਹੋਇਆ, ਉਹਨੂੰ ਆਪਾਂ ਮਿਥਿਹਾਸ ਕਹਿ ਦਿੰਦੇ ਹਾਂ। ਠੀਕ ਹੈ, ਸਿੱਖ ਧਾਰਮਿਕ ਗ੍ਰੰਥਾਂ ਵਿੱਚ ਕਲਿਪਤ ਕਥਾਵਾਂ। ਜਦੋਂ ਪੰਜਾਬ ਦੇ ਇਤਿਹਾਸ ਦੀ ਗੱਲ ਬਣਾਉਣ ਦੀ ਵਾਰੀ ਆਈ ਕਿ ਜਦੋਂ ਪੰਜਾਬ ਦਾ ਇਤਿਹਾਸ ਰਚਿਆ ਜਾਵੇ, ਅਤੇ ਉਸ ਵਿੱਚ ਜਿਹੜਾ ਵਾ ਸਿੱਖ ਧਰਮ ਵੀ ਸਾਨੂੰ ਦੇਖਣ ਨੂੰ ਮਿਲਦਾ ਵਾ। ਅਤੇ ਜਦੋਂ ਇਤਿਹਾਸਕਾਰਾਂ ਨੇ ਇਤਿਹਾਸ ਬਣਾਉਣ ਦੀ ਸੋਚੀ, ਅਤੇ ਉਹਨਾਂ ਨੇ ਦੇਖਿਆ ਕਿ ਸਿੱਖਾਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਕਾਫੀ ਮਨ ਘੜੰਤ ਜਿਹੜੀ ਕਥਾਵਾਂ ਉਹਨਾਂ ਨੇ ਜਿਹੜੀ ਕਿ ਇਹਦੇ ਨਾਲ ਜੋੜੀਆਂ ਗਈਆਂ ਨੇ। ਠੀਕ ਹੈ, ਦੂਸਰਾ ਪੁਆਇੰਟ, ਸਿੱਖ ਗੁਰੂ ਸਾਹਿਬਾਨ ਦੇ ਆਰੰਭਕ ਕਾਲ ਵਿੱਚ ਉਹਨਾਂ ਦੇ ਜੀਵਨ ਅਤੇ ਮਹਾਨ ਕੰਮਾਂ ਬਾਰੇ ਬਹੁਤ ਹੀ ਘੱਟ ਰਚਨਾਵਾਂ ਹਨ। ਠੀਕ ਹੈ, ਫਿਰ ਵੀ ਕਿਸੇ ਤਰੀਕੇ ਨਾਲ ਸਾਨੂੰ ਆਉਣ ਵਾਲੇ ਇਤਿਹਾਸਕਾਰਾਂ ਕੋਲੋਂ ਜਾਣਕਾਰੀ ਮਿਲੀ ਹੈ, ਪਰ ਜ਼ਿਆਦਾ ਤੋਂ ਜ਼ਿਆਦਾ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਉਹਨਾਂ ਦਾ ਇਨੀਸ਼ੀਅਲ ਪੀਰੀਅਡ ਸੀਗਾ, ਸਾਨੂੰ ਉਹਦੇ ਬਾਰੇ ਕੋਈ ਜ਼ਿਆਦਾ ਇੰਨੀ ਖਾਸ ਜਿਹੜੀ ਆ ਉਹਨਾਂ ਦੀ ਰਚਨਾਵਾਂ ਜਾਂ ਮਹਾਨ ਕਾਂਡਾਂ ਬਾਰੇ ਜਾਂ ਕੁਛ ਵੀ ਇੱਦਾਂ ਦੀ ਜਿਹੜੀ ਚੰਗੀ ਜਾਣਕਾਰੀ, ਜਿਹੜੀ ਐਗਜ਼ੈਕਟ ਜਿਹੜੀ ਸਾਨੂੰ ਇਨਫੋਰਮੇਸ਼ਨ ਨਹੀਂ ਮਿਲਦੀ। ਜਨਮ ਸਾਖੀਆਂ ਅਤੇ ਹੋਰ ਗ੍ਰੰਥਾਂ ਵਿੱਚ ਕਰਾਮਾਤਾਂ ਅਤੇ ਪੁਰਾਣਿਕ ਕਥਾਵਾਂ ਦਾ ਜੋੜ ਸਾਨੂੰ ਜਿਹੜਾ ਦੇਖਣ ਨੂੰ ਮਿਲਦਾ ਵਾ। ਇੱਥੇ ਹੀ ਜਿਹੜੀ ਇੱਕ ਡੈਫੀਨੇਸ਼ਨ ਨਿਕਲ ਕੇ ਆਉਂਦੀ ਆ ਫੇਮਸ, ਜੋ ਇੱਕ ਪਰਸਨੈਲਿਟੀ ਹੈ ਡਾਕਟਰ ਇੰਦੂ ਭੂਸ਼ਣ ਬੈਨਰਜੀ ਅਨੁਸਾਰ, ਜਿੱਥੇ ਵਿਸ਼ਵਾਸਯੋਗ ਸਾਮੱਗਰੀ ਮਿਲਦੀ ਹੈ ਉਹ ਘੱਟ ਹੈ, ਅਤੇ ਜਿੱਥੇ ਬਹੁਤ ਜ਼ਿਆਦਾ ਸਾਮੱਗਰੀ ਮਿਲਦੀ ਹੈ ਉਹ ਜੋ ਹੈ ਵਿਸ਼ਵਾਸਯੋਗ ਨਹੀਂ ਹੈ। ਯਾਨੀ ਕਿ ਇੱਥੇ ਜਿਹੜੀ ਆ ਬਹੁਤ ਜ਼ਿਆਦਾ ਸਾਨੂੰ ਜਿਹੜੀ ਆ ਘੱਟ ਇਨਫੋਰਮੇਸ਼ਨ ਮਿਲਦੀ ਪਈ ਆ। ਸੋ ਇਹਦੇ 'ਤੇ ਜਿਹੜਾ ਵਿਸ਼ਵਾਸ ਕਰਨਾ ਅਤੇ ਉਸ ਨੂੰ ਸਮਝ ਕੇ ਪੰਜਾਬ ਦਾ ਇਤਿਹਾਸ ਰਚਨਾ ਜਿਹੜਾ ਕਾਫੀ ਮੁਸ਼ਕਿਲ ਕੰਮ ਸੀਗਾ ਇਤਿਹਾਸਕਾਰਾਂ ਲਈ। ਠੀਕ ਹੈ, ਹੁਣ ਅਸੀਂ ਗੱਲ ਕਰਦੇ ਹਾਂ ਸਿੱਖ ਗੁਰੂਆਂ ਦੇ ਵਿਰੋਧੀਆਂ ਦੁਆਰਾ ਕੁਸੇਵਾ। ਜਿਹੜੇ ਮੁਗਲ ਸਮਰਾਟ ਸੀਗੇ, ਉਹਨਾਂ ਨੇ ਹਰ ਇੱਕ ਤਰ੍ਹਾਂ ਦਾ ਸਫਲ ਪ੍ਰਯਾਸ ਕੀਤਾ ਕਿ ਸਿੱਖ ਧਰਮ ਦੇ ਲੋਕ, ਤਾਂ ਕਿ ਉਹਨਾਂ ਦੀ ਜਿਹੜਾ ਵਿਸ਼ਵਾਸ ਆ, ਜੋ ਦ੍ਰਿੜਤਾ ਵਾ ਉਹਨਾਂ ਦੇ ਧਰਮ ਦੇ ਪ੍ਰਤੀ, ਉਹਨੂੰ ਜਿਹੜਾ ਉਹਨਾਂ ਦਾ ਦਮਨ ਕਰ ਦਿੱਤਾ ਜਾਵੇ, ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇ। ਠੀਕ ਹੈ, 1581 ਵਿੱਚ ਜੋ ਗੁਰੂ ਗੱਦੀ ਜੱਦੀ ਹੋਣ ਪਿੱਛੋਂ ਗੁਰੂ ਗੱਦੀ ਲਈ ਝਗੜੇ ਹੋਣ ਲੱਗ ਪਏ। ਠੀਕ ਹੈ, 1581 ਤੋਂ ਬਾਅਦ ਗੁਰੂ ਗੱਦੀ ਮਿਲਣ ਲਈ ਜਿਹੜੇ ਝਗੜੇ ਹੋਣ ਲੱਗ ਪਏ। ਠੀਕ ਹੈ, ਇਹਦਾ ਇੱਕ ਪੁਆਇੰਟ ਨਿਕਲ ਕੇ ਕੀ ਕਹਿੰਦਾ ਕਿ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥਵੀ ਚੰਦ ਦਾ ਵਿਰੋਧ ਆਪਣੇ ਪੁੱਤਰ ਮਿਹਰਬਾਨ ਨੂੰ ਗੁਰੂ ਗੱਦੀ ਲਈ ਬਿਠਾਉਣ ਲਈ। ਠੀਕ ਹੈ, ਇਹਦਾ ਵੀ ਅਸੀਂ ਜਿਹੜਾ ਆਉਣ ਵਾਲੇ ਚੈਪਟਰ ਦੇ ਵਿੱਚ ਪੜ੍ਹਾਂਗੇ। ਇਹ ਜਿਹੜੇ ਕਾਫੀ ਸਪੈਸੀਫਿਕ ਜੀ ਡਿਟੇਲ ਇੱਥੇ ਦਿੱਤੀ ਹੋਈ ਹੈ। ਸੋ ਇਹਦੀ ਜਿਹੜੀ ਇੱਕ ਅਲੱਗ ਹੀ ਸਟੋਰੀ ਨਿਕਲ ਕੇ ਆਉਂਦੀ ਹੈ, ਜਿੱਥੇ ਕਿ ਕਿਤੇ ਨਾ ਕਿਤੇ ਜਿਹੜਾ ਗੁਰੂ ਗੱਦੀ ਪਿੱਛੇ ਵੀ ਜਿਹੜੀਆਂ ਲੜਾਈਆਂ ਹੋਣ ਲੱਗ ਪਈਆਂ, ਜਾਂ ਆਪਣਾ ਰਾਜ ਜਮਾਉਣ ਲਈ ਵੀ ਲੜਾਈਆਂ ਹੋਣ ਲੱਗ ਪਈਆਂ, ਅਤੇ ਜਿਹਦੇ ਕਰਕੇ ਸਾਨੂੰ ਕਾਫੀ ਸਾਰਾ ਇਤਿਹਾਸ ਜਿਹੜਾ ਖੋਣਾ ਪਿਆ।
ਠੀਕ ਹੈ। ਦੂਸਰੀ ਗੱਲ ਹੈ, ਦੂਸਰਾ ਪੁਆਇੰਟ ਜੋ ਹੈ ਵਾ ਸ਼੍ਰੀ ਗੁਰੂ ਹਰਿਰਾਏ ਜੀ ਦੇ ਪੁੱਤਰ ਰਾਮ ਰਾਏ ਦੁਆਰਾ ਗੁਰੂ ਹਰਿਕ੍ਰਿਸ਼ਨ ਜੀ ਦਾ ਵਿਰੋਧ। ਠੀਕ ਹੈ, ਇਹ ਵੀ ਪੁਆਇੰਟ ਨਿਕਲ ਕੇ ਆਉਂਦਾ। ਤੀਸਰਾ ਪੁਆਇੰਟ ਗੁਰੂ ਤੇਗ ਬਹਾਦਰ ਜੀ ਦਾ ਧੀਰਮਲ ਦੁਆਰਾ ਵਿਰੋਧ, ਜੋ ਕਿ ਗੁਰੂ ਹਰਿਰਾਏ ਜੀ ਦਾ ਵੱਡਾ ਭਰਾ ਸੀ। ਠੀਕ ਹੈ, ਇਹ ਵੀ ਜੋ ਅਸੀਂ ਆਉਣ ਵਾਲੇ ਚੈਪਟਰਸ ਦੇ ਵਿੱਚ ਜੋ ਸਪੈਸੀਫਿਕਲੀ ਇੱਕ ਜੋ ਸਾਡੇ ਗੁਰੂ ਸਾਹਿਬਾਨ ਜੀ 'ਤੇ ਡੈਡੀਕੇਟਡ ਹੋਣਗੇ ਉਹਨਾਂ ਦੇ ਬਾਰੇ ਅਸੀਂ ਪੜ੍ਹਾਂਗੇ ਕਿ ਕੀ ਸੀਗਾ ਉਹ ਸਾਰਾ ਦਾ ਸਾਰਾ ਮੈਟਰ। ਸੋ ਇੱਥੇ ਸਿਰਫ ਪੁਆਇੰਟ ਹੀ ਇਹਨਾਂ ਨੇ ਦਿੱਤੇ ਹੋਏ ਨੇ। ਸੋ ਅਸੀਂ ਵੀ ਇਸ ਚੈਪਟਰ ਨੂੰ ਜ਼ਿਆਦਾ ਨਹੀਂ ਖਿੱਚਾਂਗੇ, ਸਿਰਫ ਚੈਪਟਰ ਅਤੇ ਟੌਪਿਕ ਦੇ ਅੰਦਰ ਗੱਲ ਕਰਾਂਗੇ। ਗੁਰੂ ਸਾਹਿਬਾਨ ਨੇ ਇਹਨਾਂ ਵਿਰੋਧੀਆਂ ਨੂੰ ਮੀਨੇ ਰਾਮ ਰਾਏ, ਧੀਰਮਲੀ ਅਤੇ ਹਿੰਦਲੀਏ ਕਹਾ। ਇਹਨਾਂ ਅਲੱਗ ਅਲੱਗ ਨਾਮ ਦਿੱਤੇ ਸੀਗੇ ਗੁਰੂ ਸਾਹਿਬਾਨ ਨੇ। ਗੁਰੂ ਸਾਹਿਬਾਨ ਨੂੰ ਅਪਮਾਨਿਤ ਕਰਨ ਲਈ ਇਹਨਾਂ ਦੁਆਰਾ ਪੁਸਤਕਾਂ ਤੇ ਲੇਖ ਤੇ ਲਿਖੇ ਜਾਂ ਲਿਖਵਾਏ ਗਏ। ਮਤਲਬ ਕਿ ਉਹਨਾਂ ਦੇ ਆਪਣੇ ਸਮੇਂ ਜੋ ਵੀ ਉਹਨਾਂ ਨੇ ਕੀਤਾ ਸੀਗਾ ਤਾਂ ਕਿ ਇਹਨਾਂ ਨੂੰ ਜਿਹੜਾ ਵਾ ਘੱਟ ਇਹਨਾਂ ਦਾ ਪ੍ਰਚਾਰ ਕੀਤਾ ਜਾਵੇ, ਉਸ ਤਰੀਕੇ ਨਾਲ ਇਹਨਾਂ ਨੇ ਲਿਖਵਾਏ ਗਏ। ਹੁਣ ਅਸੀਂ ਗੱਲ ਕਰਦੇ ਹਾਂ ਹਿੰਦੂ ਧਰਮ ਬਾਰੇ। ਹਿੰਦੂ ਪੁਜਾਰੀ ਵਰਗ ਦੀ ਜਿਹੜੀ ਅਣਗਹਿਲੀ, ਗੁਰੂ ਨਾਨਕ ਦੇਵ ਜੀ ਦੁਆਰਾ ਜਾਤੀ ਪ੍ਰਥਾ, ਮੂਰਤੀ ਪੂਜਾ ਅਤੇ ਵਿਅਰਥ ਜਿਹੜੀ ਰੀਤੀ ਰਿਵਾਜ਼ਾਂ ਬਾਰੇ ਕਠੋਰ ਸ਼ਬਦਾਂ ਦੀ ਵਰਤੋਂ ਕੀਤੀ ਗਈ। ਕਾਫੀ ਸਾਰਾ ਜਿਹੜਾ ਉਹਨਾਂ ਦਾ ਸਖਤੀ ਦੇ ਨਾਲ ਇਹਨਾਂ ਚੀਜ਼ਾਂ ਦਾ ਵਿਰੋਧ ਕੀਤਾ ਗਿਆ ਅਤੇ ਹਿੰਦੂ ਪੁਜਾਰੀ ਵਰਗ ਗੁਰੂਆਂ ਦੇ ਵਿਰੁੱਧ ਹੋ ਗਏ। ਠੀਕ ਹੈ, ਉਹਨਾਂ ਨੇ ਦੇਖਿਆ ਕਿ ਸਾਡਾ ਤੇ ਜੋ ਬੇਸਿਕ ਜੋ ਉਹਨਾਂ ਦੀ ਆਮਦਨ ਹੈ ਜਾਂ ਉਹਨਾਂ ਦਾ ਧੰਦਾ ਜਿਹੜਾ ਹੈ ਬੰਦ ਹੋ ਰਿਹਾ ਹੈ, ਕਿਉਂਕਿ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਧਰਮ ਪਖੰਡ ਦੇ ਵਿੱਚ ਉਲਝਾ ਰਹੇ ਸੀ, ਧਰਮ ਦਾ ਅਸਲੀ ਰਾਹ ਨਹੀਂ ਸੀ ਦਿਖਾ ਰਹੇ। ਇਸ ਕਰਕੇ ਕੀ ਹੈ, ਉਹ ਜਿਹੜੇ ਸੀਗੇ ਗੁਰੂ ਜੀ ਦੇ ਵਿਰੁੱਧ ਹੋਣ ਲੱਗ ਪਏ। ਪੜ੍ਹਿਆ ਲਿਖਿਆ ਵਰਗ ਹੁੰਦੇ ਹੋਏ ਵੀ ਗੁਰੂ ਸਾਹਿਬਾਨ ਦੇ ਜੀਵਨ ਬਾਰੇ ਕੁਝ ਨਹੀਂ ਲਿਖਿਆ। ਠੀਕ ਹੈ, ਇੱਥੇ ਇੱਕ ਕਾਫੀ ਡਿਟੇਲ ਮਤਲਬ ਇੰਪੋਰਟੈਂਟ ਇਨਫੋਰਮੇਸ਼ਨ ਹੈ ਕਿ ਕਾਫੀ ਸਾਰੇ ਉੱਥੇ ਜਿਹੜੇ ਵਿਦਵਾਨ ਸੀਗੇ ਉਹ ਵੀ ਜਿਹੜੇ ਸੀਗੇ ਇਹਨਾਂ ਪਖੰਡੀਆਂ ਦੇ ਪਿੱਛੇ ਲੱਗ ਕੇ ਗੁਰੂ ਸਾਹਿਬਾਨ ਦੇ ਜੀਵਨ ਜਾਂ ਉਹਨਾਂ ਦੇ ਵਿਚਾਰਾਂ ਦੇ ਨਾਲ ਨਹੀਂ ਜੁੜ ਸਕੇ, ਤਾਂ ਇਸ ਕਰਕੇ ਉਹਨਾਂ ਨੇ ਉਹਨਾਂ ਬਾਰੇ ਕੁਝ ਲਿਖਿਆ ਵੀ ਨਹੀਂ। ਠੀਕ ਹੈ, ਮੁਸਲਮਾਨ ਲੇਖ ਦੀ ਧਾਰਮਿਕ ਕੱਟੜਤਾ। ਇੱਥੇ ਮੁਸਲਮਾਨਾਂ ਦਾ ਵੀ ਕਾਫੀ ਵੱਡਾ ਰੋਲ ਹੈ, ਜਿਨ੍ਹਾਂ ਨੇ ਪੰਜਾਬ ਦੇ ਇਤਿਹਾਸ ਨੂੰ ਰਚਾਉਣ ਲਈ ਕਾਫੀ ਸਾਰੀ ਔਂਕੜਾਂ ਉਹਨਾਂ ਨੇ ਪੈਦਾ ਕੀਤੀਆਂ, ਜਿਵੇਂ ਕਿ 16ਵੀਂ 17ਵੀਂ 18ਵੀਂ ਸਦੀ ਦੇ ਮੁਸਲਮਾਨ ਲੇਖਕਾਂ ਦੁਆਰਾ ਮੁਗਲ ਸਮਰਾਟ ਦੀਆਂ ਹੀ ਸਫਲਤਾਵਾਂ ਦਾ ਵਰਣਨ। ਉਹਨਾਂ ਨੇ ਸਾਰਾ ਕੁਝ ਸਿਰਫ ਮੁਗਲ ਸਮਰਾਟ ਇਹ ਹੈ, ਮੁਗਲ ਸਮਰਾਟ ਉਹ ਹੈ, ਉਹੀ ਸਾਰੀ ਚੀਜ਼ਾਂ ਦਾ ਦਰਸਾਇਆ, ਜਦਕਿ ਬਾਕੀ ਸਾਰਿਆਂ ਨੂੰ ਉਹਨਾਂ ਨੇ ਨਿਗਲੈਕਟ ਕੀਤਾ। ਕੋਈ ਇਨਫੋਰਮੇਸ਼ਨ ਉਹਨਾਂ 'ਤੇ ਜੋ ਕਿ ਸਪੈਸੀਫਿਕ ਡਿਟੇਲਡ ਇਨਫੋਰਮੇਸ਼ਨ ਕੁਛ ਨਹੀਂ ਦਿੱਤੀ। 1708 ਈਸਵੀ ਤੋਂ 1766 ਈਸਵੀ ਤੱਕ ਸਿੱਖਾਂ ਦਾ ਅਫਗਾਨਾਂ ਅਤੇ ਮੁਗਲਾਂ ਨਾਲ ਘੋਰ ਸੰਘਰਸ਼ ਰਿਹਾ ਅਤੇ ਸਿੱਖਾਂ ਦੀ ਬਹਾਦਰੀ ਤੇ ਦਲੇਰੀ, ਨਿਡਰਤਾ ਆਦਿ ਦਾ ਵਰਣਨ ਧਾਰਮਿਕ ਕੱਟੜਤਾ ਕਰਕੇ ਨਾ ਕਰਨਾ। ਠੀਕ ਹੈ, ਉਹਨਾਂ ਨੇ ਕਿਹਾ ਸੀਗਾ ਕਿ ਜੋ ਉਹਨਾਂ ਦੀ ਦਲੇਰੀ, ਜੋ ਵੀ ਉਹ ਆਪਣੇ ਧਰਮ ਲਈ ਨਿਰਪੱਖ ਹੋ ਕੇ ਆਪਣੇ ਧਰਮ ਦੇ ਲਈ ਜੋ ਕੁਰਬਾਨੀ ਦੇ ਰਹੇ, ਉਹ ਸਿਰਫ ਉਹਨਾਂ ਦੀ ਧਾਰਮਿਕ ਕੱਟੜਤਾ ਸ਼ੋਅ ਕਰਦਾ ਪਿਆ ਵਾ। ਠੀਕ ਹੈ, ਉਹਨਾਂ ਦਾ ਸੰਘਰਸ਼, ਜੋ ਉਹਨਾਂ ਦੀ ਬਹਾਦਰੀ ਸੀਗੀ, ਉਹ ਬਿਲਕੁਲ ਵਿਅਰਥ ਹੈ। ਇੱਦਾਂ ਉਹਨਾਂ ਦੇ ਇਤਿਹਾਸਕਾਰਾਂ ਦੇ ਜੋ ਵੀ ਉਹਨਾਂ ਦੀ ਪੁਸਤਕਾਂ ਉਹਨਾਂ ਵਿੱਚ ਇੱਦਾਂ ਦਰਸਾਇਆ ਗਿਆ ਵਾ, ਇੰਡੀਕੇਟ ਕੀਤਾ ਗਿਆ ਵਾ ਕਿ ਇਹ ਜੋ ਵੀ ਨੇ ਸਿੱਖਾਂ ਦਾ ਸਿਰਫ ਉਹਨਾਂ ਦੀ ਧਾਰਮਿਕ ਕੱਟੜਤਾ ਵਾ। ਇਹਨਾਂ ਇਤਿਹਾਸ ਘਟਨਾਵਾਂ ਦਾ ਵਰਣਨ ਕਰਦੇ ਹੋਏ ਹੀ ਥਾਂ ਥਾਂ 'ਤੇ ਧਾਰਮਿਕ ਕੱਟੜਤਾ ਦਾ ਸਬੂਤ ਦਿੱਤਾ ਗਿਆ। ਮੁਸਲਮਾਨ ਲੇਖਕਾਂ ਦੁਆਰਾ ਸਿੱਖਾਂ ਲਈ ਚੋਰ, ਡਾਕੂ, ਲਟੇਰੇ, ਕਾਤਲ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਗਈ ਤਾਂ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਤੋਂ ਨਿੰਦਿਆ ਜਾਵੇ। ਠੀਕ ਹੈ, ਉਹਨਾਂ ਦੀ ਜੋ ਬਹਾਦਰੀ, ਉਹਨਾਂ ਦਾ ਜੋ ਪੂਰਾ ਦਾ ਪੂਰਾ ਸੰਘਰਸ਼, ਨਿਡਰਤਾ, ਉਹਨਾਂ ਨੂੰ ਜਿਹੜਾ ਉੱਭਰ ਕੇ ਨਾ ਆਉਂਦੇ ਨਾ, ਇੱਕ ਉਹਨਾਂ ਦੀ ਇਮੇਜ ਜਿਹੜੀ ਖਰਾਬ ਕਰਦੇ ਨਾ ਆਪਣੇ ਧਾਰਮਿਕ ਤੇ ਇਤਿਹਾਸਿਕ ਗ੍ਰੰਥਾਂ ਦੇ ਵਿੱਚ। 18ਵੀਂ ਸਦੀ ਵਿੱਚ ਇਤਿਹਾਸਿਕ ਗ੍ਰੰਥਾਂ ਦਾ ਹੀ ਨਸ਼ਟ ਹੋ ਜਾਣਾ। 18ਵੀਂ ਸਦੀ ਦੇ ਵਿੱਚ ਬੇਸਿਕਲੀ ਕੀ ਸੀਗਾ ਕਿ 1708 ਈਸਵੀ ਤੋਂ 1766 ਈਸਵੀ ਤੱਕ ਸਿੱਖਾਂ ਦਾ ਅਫਗਾਨਾਂ ਅਤੇ ਮੁਗਲਾਂ ਨਾਲ ਘੋਰ ਸੰਘਰਸ਼ ਰਿਹਾ। ਇਹ ਸਾਰੇ ਹੀ ਜੋ ਹੈ, ਇਹ ਜੋ ਵਿਚਲਾ ਪੀਰੀਅਡ ਹੈ 1708 ਈਸਵੀ ਤੋਂ 1766 ਈਸਵੀ ਤੱਕ, ਆਉਣ ਵਾਲੇ ਚੈਪਟਰਸ ਦੇ ਵਿੱਚ ਇਹਨਾਂ ਸਾਰੀ ਹੀ ਚੀਜ਼ਾਂ ਬਾਰੇ ਆਪਾਂ ਡਿਟੇਲ ਵਿੱਚ ਗੱਲ ਕਰਾਂਗੇ, ਤਾਂ ਕਿ ਇਹ ਸਾਰੇ ਹੀ ਚੈਪਟਰਸ ਜਿਹੜੇ ਅੱਛੇ ਤਰੀਕੇ ਨਾਲ ਸਾਨੂੰ ਸਟਾਰਟਿੰਗ ਦੇ ਜਿਹੜੇ ਚੈਪਟਰਸ ਨੇ ਅੱਛੇ ਤਰੀਕੇ ਨਾਲ ਸਮਝ ਲੱਗ ਜਾਣ। ਸੋ ਇਸ ਲਈ ਸਾਨੂੰ ਇਹ ਸਿਰਫ ਜਿਹੜੇ ਟਾਈਮ ਪੀਰੀਅਡ ਯਾਦ ਰੱਖਣਾ ਪਏਗਾ ਕਿ ਇਸ ਟਾਈਮ ਪੀਰੀਅਡ ਇਹ ਚੀਜ਼ ਹੋਈ ਸੀ। ਜਦੋਂ ਆਪਾਂ ਡਿਟੇਲ ਵਿੱਚ ਜਾਵਾਂਗੇ ਤਾਂ ਉਦੋਂ ਸਾਨੂੰ ਇਹ ਆਟੋਮੈਟਿਕਲੀ ਸਾਨੂੰ ਇਹ ਚੀਜ਼ਾਂ ਯਾਦ ਰਹਿਣਗੀਆਂ। ਠੀਕ ਹੈ, ਅਬਦੁਲ ਸਮਦ ਖਾਨ 1713 ਤੋਂ 1726, ਜਿਹਦੇ ਵਿੱਚ ਕਾਫੀ ਸਾਰੇ ਹਮਲੇ ਹੋਏ। ਜ਼ਕਰੀਆ ਖਾਨ ਦੇ ਟਾਈਮ ਪੀਰੀਅਡ 'ਤੇ ਨਾਦਰ ਸ਼ਾਹ ਦਾ ਹਮਲਾ, ਯਹੀਆ ਖਾਨ, ਮੀਰ ਮਨੂੰ ਅਬਦਾਲੀ ਦੇ ਹਮਲੇ। ਇਸ ਸਮੇਂ ਦੌਰਾਨ ਇਤਿਹਾਸਿਕ ਗ੍ਰੰਥ ਨਸ਼ਟ ਹੋ ਗਏ ਜਾਂ ਗੁਆਚ ਗਏ। ਇੰਨੀ ਕੁ ਜ਼ਿਆਦਾ ਤਬਾਹੀ, ਇੰਨਾ ਕੁ ਜ਼ਿਆਦਾ ਦਮਨ, ਆਸ-ਪਾਸ ਇੱਕ ਦੂਜੇ ਨੂੰ ਬਿਲਕੁਲ ਖ਼ਤਮ ਕਰ ਦੇਣਾ, ਮਾਰ ਦੇਣਾ, ਕਿਸੇ ਕਮਿਊਨਿਟੀ ਨੂੰ ਮਾਰਨ ਦੀ ਕੋਸ਼ਿਸ਼ ਕਰਨੀ, ਇੱਕ ਜੀਨੋਸਾਈਡ ਕਰਨਾ, ਇਹ ਸਾਰੀ ਹੀ ਚੀਜ਼ਾਂ ਇਹਦੇ ਵਿੱਚ ਹੋ ਰਹੀਆਂ ਸੀਗੀਆਂ, ਅਤੇ ਜਿਸ ਕਾਰਨ ਕਾਫੀ ਸਾਰਾ ਧਾਰਮਿਕ ਗ੍ਰੰਥ, ਸਾਹਿਤ, ਇਸ ਨੂੰ ਬਹੁਤ ਜ਼ਿਆਦਾ ਤਗੜੀ ਠੇਸ ਪਹੁੰਚਦੀ ਆ। ਠੀਕ ਹੈ,
ਸਿੱਖ ਦੁਆਰਾ ਆਪਣਾ ਇਤਿਹਾਸ ਨਾਲ ਲਿਖਿਆ ਜਾ ਸਕਣਾ। ਕਿਉਂ? ਕਿਉਂਕਿ 1708 ਈਸਵੀ ਤੋਂ ਲੈ ਕੇ 1766 ਈਸਵੀ ਤੱਕ ਸਿੱਖਾਂ ਦਾ ਅਫਗਾਨਾਂ ਤੇ ਮੁਗਲਾਂ ਨਾਲ ਘੋਰ ਸੰਘਰਸ਼ ਰਿਹਾ, ਯਾਨੀ ਕਿ ਉਹ ਇੰਨੀ ਕੁ ਜ਼ਿਆਦਾ ਇਹ ਲੜਾਈਆਂ ਝਗੜਿਆਂ ਦੇ ਵਿੱਚ ਰੁੱਝੇ ਰਹੇ ਤਾਂ ਕਿ ਉਹ ਆਪਣਾ ਇਤਿਹਾਸ ਹੀ ਨਹੀਂ ਲਿਖ ਸਕੇ। ਠੀਕ ਹੈ, ਆਪਣੇ ਲਈ ਜਿਵੇਂ ਕਿ ਉਹ ਗੁਰੀਲਾ ਯੁੱਧ ਪ੍ਰਣਾਲੀ ਵਗੈਰਾ ਕਾਫੀ ਸਾਰੇ ਤਰੀਕਿਆਂ ਵਿੱਚ ਸ਼ਸਤਰ ਪ੍ਰਣਾਲੀ ਨੂੰ ਅਪਣਾਉਣਾ, ਆਪਣੇ ਆਪ ਨੂੰ ਬਚਾਉਣਾ, ਆਪਣੇ ਲਈ ਭੋਜਨ ਦਾ ਪ੍ਰਬੰਧ ਕਰਨਾ, ਠੀਕ ਹੈ, ਆਪਣੇ ਜੋ ਉਹਨਾਂ ਦੇ ਸਾਥੀ ਉਹਨਾਂ ਨੂੰ ਬਚਾਉਣਾ, ਇਹਨਾਂ ਸਾਰੀ ਚੀਜ਼ਾਂ ਵਿੱਚ ਉਹ ਕਾਫੀ ਜ਼ਿਆਦਾ ਰੁੱਝ ਚੁੱਕੇ ਸੀਗੇ ਅਤੇ ਉਹਨਾਂ ਨੇ ਇੰਨਾ ਜ਼ਿਆਦਾ ਸੰਘਰਸ਼ ਕੀਤਾ ਅਫਗਾਨਾਂ ਨੂੰ ਅਤੇ ਮੁਗਲਾਂ ਦੇ ਨਾਲ ਆਪਣੇ ਸਿੱਖ ਧਰਮ ਦੀ ਰੱਖਿਆ ਲਈ। ਇਸ ਕਰਕੇ ਉਹ ਆਪਣਾ ਇਤਿਹਾਸ ਬਿਲਕੁਲ ਵੀ ਨਹੀਂ ਲਿਖ ਸਕੇ। ਇਸ ਕਰਕੇ ਸਿੱਖਾਂ ਨੂੰ ਜੱਥੇ ਬਣਾ ਕੇ ਜੰਗਲਾਂ ਵਿੱਚ ਸ਼ਰਨ ਲੈਣੀ ਪਈ। ਠੀਕ ਹੈ, ਹੱਥ ਵਿੱਚ ਕਲਮ ਫੜਨ ਦੀ ਥਾਂ ਤਲਵਾਰ ਫੜਨਾ ਸਮੇਂ ਦੀ ਲੋੜ ਸੀ। ਠੀਕ ਹੈ, ਕਿ ਇਹ ਵੀ ਨਹੀਂ ਆਪਾਂ ਕਹਿ ਸਕਦੇ ਕਿ ਉਹਨਾਂ ਨੇ ਨਹੀਂ ਜਾਣ-ਬੂਝ ਕੇ ਨਹੀਂ ਲਿਖਿਆ, ਕਿਉਂਕਿ ਉਸ ਸਮੇਂ ਹੱਥ ਵਿੱਚ ਕਲਮ ਫੜਨ ਦੀ ਥਾਂ ਤਲਵਾਰ ਫੜਨ ਦਾ ਸਮੇਂ ਸੀਗਾ। ਜਿਵੇਂ ਕਿ ਆਪਾਂ ਇਹ ਪਿਕਚਰਸ ਵਿੱਚ ਹੀ ਦੇਖ ਸਕਦੇ ਕਿ ਕਾਫੀ ਸਾਰਾ ਜਿਹੜਾ ਸੀਗਾ ਉਹਨਾਂ 'ਤੇ ਅਤਿਆਚਾਰ ਕੀਤਾ ਜਾਂਦਾ ਸੀਗਾ। ਸੋ ਉਸ ਸਮੇਂ ਸਵਾਲ ਹੀ ਨਹੀਂ ਉੱਠਦਾ ਕਿ ਉਹ ਕਿਵੇਂ ਇਹ ਆਪਣਾ ਇਤਿਹਾਸ ਲਿਖ ਸਕਦੇ। 1708 ਈਸਵੀ ਤੋਂ ਲੈ ਕੇ 1766 ਈਸਵੀ ਤੱਕ ਸਿੱਖਾਂ ਦਾ ਅਫਗਾਨਾਂ ਅਤੇ ਮੁਗਲਾਂ ਨਾਲ ਘੋਰ ਸੰਘਰਸ਼ ਇੰਨਾ ਕੁ ਜ਼ਿਆਦਾ ਰਿਹਾ ਕਿ ਆਪਾਂ ਇਹਨਾਂ ਪਿਕਚਰਸ ਵਿੱਚ ਵੇਖ ਸਕਦੇ ਹਾਂ ਅਤੇ ਕਾਫੀ ਸਾਰੇ ਆਪਾਂ ਡਿਟੇਲ ਵਿੱਚ ਇਹਨਾਂ ਦੇ ਕਿਸੇ ਵੀ ਆਉਣ ਵਾਲੇ ਚੈਪਟਰਸ ਵਿੱਚ ਪੜ੍ਹਾਂਗੇ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕੁ ਜ਼ਿਆਦਾ ਉਹ ਦਮਨ ਕਰਦੇ ਸੀਗੇ, ਇਹਨਾਂ ਦੀ ਜੋ ਸ਼ਰਧਾ ਇਹਨਾਂ ਨੂੰ ਖਤਮ ਕਰਨ ਲਈ, ਤਾਂ ਕਿ ਉਹ ਆਪਣੇ ਧਰਮ ਤੋਂ ਬਿਲਕੁਲ ਹਟ ਜਾਣ, ਨਿਰਪੱਖ ਹੋ ਕੇ ਸਾਡਾ ਜੋ ਧਰਮ ਆ ਇਹਨੂੰ ਅਪਣਾ ਲੈਣ। ਉਸ ਟਾਈਮ 'ਤੇ ਜਿਹੜੇ ਸੀਗੇ ਜੋ ਮੁਸਲਮਾਨਾਂ ਦੇ ਜੋ ਵੀ ਹੈ ਇਹਨਾਂ ਦੇ ਸਿਪਾਹੀ ਸੀਗੇ, ਉਹ ਇਸ ਕਦਰ ਤੱਕ ਇਹਨਾਂ ਦੇ ਨਾਲ ਅਤਿਆਚਾਰ ਕਰਦੇ ਸੀ। ਇੱਥੇ ਪੰਜਾਬ ਦੀ ਵੰਡ ਵੀ ਸਾਨੂੰ ਦੇਖਣ ਨੂੰ ਮਿਲੀ 1947 ਨੇ। ਇਸ ਟਾਈਮ 'ਤੇ ਥੋੜ੍ਹੀ ਜਿਹੀ ਆਪਾਂ ਕਹਿ ਸਕਦੇ ਮੋਡਰਨ ਸਮੇਂ ਦੇ ਵਿੱਚ ਗੱਲ ਆ ਗਈ, ਜਿੱਥੇ ਕੀ ਹੋਏਗਾ ਕਿ ਜਦੋਂ ਵੰਡ ਕੀਤੀ ਗਈ, ਪੱਛਮੀ ਪੰਜਾਬ ਜਿਹੜਾ ਪਾਕਿਸਤਾਨ, ਰਾਜਧਾਨੀ ਲਾਹੌਰ, ਇਤਿਹਾਸਿਕ ਸਥਾਨ ਅਤੇ ਗ੍ਰੰਥ ਵੰਡੇ ਗਏ। ਠੀਕ ਹੈ, ਜੋ ਪੱਛਮੀ ਪੰਜਾਬ ਸੀਗਾ ਉਹ ਪਾਕਿਸਤਾਨ ਵੱਲ ਚਲਾ ਗਿਆ, ਜਿਹਦੀ ਰਾਜਧਾਨੀ ਲਾਹੌਰ ਸੀਗੀ। ਪੂਰਬੀ ਪੰਜਾਬ ਕਿਹੜਾ ਸੀਗਾ, ਜਿਹੜਾ ਇੰਡੀਆ 'ਚ ਹੈ ਇਸ ਟਾਈਮ, ਅੰਮ੍ਰਿਤਸਰ, ਜੋ ਕਿ ਇਹ ਹਿੱਸਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਰਹਿ ਗਿਆ। ਠੀਕ ਹੈ, ਲਾਹੌਰ, ਮੁਲਤਾਨ, ਪਿਸ਼ਾਵਰ, ਕਸੂਰ ਪਾਕਿਸਤਾਨੀ ਸ਼ਹਿਰਾਂ ਦੇ ਵਿੱਚ ਬੜੇ ਕੀਮਤੀ ਅਤੇ ਇਤਿਹਾਸਿਕ ਸੋਮੇ ਪਾਏ ਹਨ। ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਬਹੁਤੇ ਚੰਗੇ ਨਹੀਂ ਸੀਗੇ, ਇਸ ਕਰਕੇ ਸਾਨੂੰ ਜ਼ਿਆਦਾ ਸਪੈਸੀਫਿਕ ਡਿਟੇਲ ਆਪਣੇ ਇਤਿਹਾਸ ਬਾਰੇ ਨਹੀਂ ਮਿਲੀ। ਬੇਸਿਕਲੀ ਇਹ ਜੋ ਡਿਟੇਲ ਦਿੱਤੀ ਗਈ ਇਹਦਾ ਮਤਲਬ ਇਹ ਵਾ ਕਿ ਇਹ ਸਾਰੇ ਟਾਈਮ ਪੀਰੀਅਡ ਤੋਂ ਬਾਅਦ ਜਦੋਂ 1947 ਦੇ ਵਿੱਚ ਫਿਰ ਜਦੋਂ ਸਾਡੇ ਸੰਵਿਧਾਨ ਬਣਿਆ, ਠੀਕ ਹੈ, ਪੰਜਾਬ ਦੀ ਇੱਕ ਹੋਰ ਉਹਨੂੰ ਟੋਟੇ ਵਿੱਚ ਜਦੋਂ ਵੰਡ ਦਿੱਤਾ ਗਿਆ, ਉਸ ਸਮੇਂ ਵਿੱਚ ਵੀ ਸਾਨੂੰ ਕਾਫੀ ਸਾਰੇ ਇੰਪੋਰਟੈਂਟ ਜਿਹੜੀ ਇਨਫੋਰਮੇਸ਼ਨ ਸੀਗੀ ਉਹ ਸਾਨੂੰ ਮਿਲੀ ਨਹੀਂ। ਵੰਡ ਦੇ ਨਾਲ ਜਿਹੜੇ ਸੀਗੇ ਸਾਡੇ ਜਿਹੜੇ ਰਿਸ਼ਤੇ ਨੇ ਇੰਡੀਆ ਅਤੇ ਪਾਕਿਸਤਾਨ ਦੇ ਬਹੁਤ ਜ਼ਿਆਦਾ ਚੰਗੇ ਨਹੀਂ ਸੀਗੇ। ਇਸ ਕਾਰਨ ਵੀ ਸਾਡੇ ਜਿਹੜੇ ਬਹੁਤ ਜ਼ਿਆਦਾ ਕੀਮਤੀ ਇਤਿਹਾਸਿਕ ਸੋਮੇ, ਕਾਫੀ ਸਾਰੀ ਇਨਫੋਰਮੇਸ਼ਨ ਜਾਂ ਇਤਿਹਾਸਿਕ ਚੀਜ਼ਾਂ ਜਿਹੜੀਆਂ ਸਾਨੂੰ ਇਤਿਹਾਸ ਨਾਲ ਰਿਲੇਟ ਕਰ ਸਕਣ, ਬਹੁਤ ਜ਼ਿਆਦਾ ਵਧੀਆ ਡਿਟੇਲ ਦੇ ਸਕਣ, ਉਹ ਵੀ ਜਿਹੜੀ ਸੀਗੀਆਂ ਸਾਨੂੰ ਜਿਹੜੀਆਂ ਪ੍ਰਾਪਤ ਨਹੀਂ ਹੋਈਆਂ। ਠੀਕ ਹੈ, ਸੋ ਇੱਕ ਤਾਂ ਉਸ ਸਮੇਂ ਜਦੋਂ ਮੁਗਲ ਕਾਲ ਚੱਲਦਾ ਸੀਗਾ, ਠੀਕ ਹੈ, ਪੰਜਾਬ ਜਿਹੜਾ ਮੁਗਲ ਸਮਰਾਟ ਦਾ ਇੱਕ ਹਿੱਸਾ ਸੀਗਾ ਕਿ ਉਹ ਇਹਨੂੰ ਪੂਰੀ ਤਰ੍ਹਾਂ ਮੁਸਲਮਾਨਾਂ ਦਾ ਇੱਕ ਰਾਜ ਬਣਾਉਣਾ ਚਾਹੁੰਦੇ ਸੀ। ਉਸ ਸਮੇਂ ਵੀ ਕਾਫੀ ਜ਼ਿਆਦਾ ਇਤਿਹਾਸ ਦਾ ਨੁਕਸਾਨ ਹੋਇਆ ਅਤੇ ਜਦੋਂ ਇੱਕ ਵਾਰੀ ਦੁਬਾਰਾ ਵੰਡ ਕੀਤੀ ਗਈ ਤਾਂ ਉਸ ਸਮੇਂ ਵੀ ਇਸ 'ਤੇ ਦੋਹਰੀ ਵਾਰ ਜੋ ਇਤਿਹਾਸਿਕ ਚੀਜ਼ਾਂ ਸੀਗੀਆਂ ਉਹਨਾਂ ਨੂੰ ਨਸ਼ਟ ਹੋ ਚੁੱਕੀਆਂ ਸੀ, ਮਤਲਬ ਇੱਕਦਮ ਤਬਾਹ ਹੋ ਚੁੱਕੀਆਂ ਸੀਗੀਆਂ। ਹੁਣ ਅਸੀਂ ਗੱਲ ਕਰਦੇ ਹਾਂ ਮਹਿੰਤ ਜਗੀਰਦਾਰਾਂ ਅਤੇ ਹੋਰ ਪ੍ਰਾਚੀਨ ਪਰਿਵਾਰਾਂ ਦਾ ਅਸਹਿਯੋਗ, ਯਾਨੀ ਕਿ ਇਹਨਾਂ ਨੇ ਵੀ ਜਿਹੜਾ ਅਸਹਿਯੋਗ ਦਿਖਾਇਆ ਇਤਿਹਾਸ ਨੂੰ ਇਕੱਠਾ ਕਰਨ ਲਈ। ਡਿਟੇਲ ਦੇ ਵਿੱਚ ਕੀ ਹੈ ਕਿ 1919 ਤੱਕ ਸਾਰੇ ਗੁਰਦੁਆਰਿਆਂ ਉੱਤੇ ਮਹੰਤਾਂ ਦਾ ਕਬਜ਼ਾ ਸੀਗਾ। 1920 ਵਿੱਚ ਗੁਰਦੁਆਰਾ ਸੁਧਾਰ ਅੰਦੋਲਨ ਮਹੰਤਾਂ ਦਾ ਅਧਿਕਾਰ ਜਾਂਦਾ ਰਿਹਾ। ਬਹੁਤ ਸਾਰੇ ਇਤਿਹਾਸਿਕ ਅਤੇ ਧਾਰਮਿਕ ਗ੍ਰੰਥ ਨਾਲ ਲਏ ਗਏ ਕਬਜ਼ੇ ਵਿੱਚ ਹਨ ਜਾਂ ਨਸ਼ਟ ਹੋ ਗਏ। ਜਾਗੀਰਦਾਰਾਂ ਅਤੇ ਹੋਰ ਪ੍ਰਾਚੀਨ ਪਰਿਵਾਰਾਂ ਕੋਲ ਪੱਟੇ, ਸੰਦਾਂ, ਨਿੱਜੀ ਚਿੱਠੀਆਂ, ਪੱਤਰ, ਵਹੀਆਂ, ਰੋਜ਼ਨਾਮਚੇ ਆਦਿ ਸੰਦੂਕਾਂ ਵਿੱਚ ਪਏ ਹੀ ਰੱਦੀ ਹੋ ਗਏ ਹਨ ਜਾਂ ਨਸ਼ਟ ਹੋ ਗਏ ਹਨ। ਯਾਨੀ ਕਿ ਕਾਫੀ ਸਾਰੇ ਉੱਥੇ ਜਿਹੜੇ ਸੀਗੇ ਮਹੰਤ, ਜਿਹੜੇ ਜਾਗੀਰਦਾਰ ਸੀਗੇ, ਉਹਨਾਂ ਨੇ ਵੀ ਇਹ ਸਾਰੀ ਜਿਹੜੀਆਂ ਕੀਮਤੀ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ। ਉਸ ਟਾਈਮ 'ਤੇ ਜੋ ਸਮਾਂ ਚੱਲਦਾ ਪਿਆ ਸੀਗਾ, ਜੋ ਵੀ ਉਸ ਟਾਈਮ ਦਾ ਟਾਈਮ ਪੀਰੀਅਡ ਚੱਲਦਾ ਪਿਆ ਸੀਗਾ, ਉਸ ਦੇ ਅਕੋਰਡਿੰਗ ਹੀ ਉਹਨਾਂ ਨੇ ਆਪਣੇ ਕੰਮ ਕੀਤੇ। ਇਸ ਚੀਜ਼ ਵੱਲ ਕਿਸੇ ਨੇ ਵੀ ਨਹੀਂ ਧਿਆਨ ਦਿੱਤਾ। ਸੋ ਇਸ ਦਾ ਹੀ ਇੱਕ ਰਿਜ਼ਲਟ ਕਹਿ ਸਕਦੇ ਕਿ ਜ਼ਿਆਦਾ ਸਾਨੂੰ ਸਪੈਸੀਫਿਕ ਡਿਟੇਲ ਜਿਹੜੀ ਆ ਨਹੀਂ ਮਿਲਦੀ। ਪੰਜਾਬ ਦੇ ਇਤਿਹਾਸ ਵਿੱਚ ਹੁਣ ਇਹਦੇ 'ਤੇ ਕੁਐਸਚਨ ਵੀ ਆਉਂਦੇ ਨੇ, 1 ਨੰਬਰ 'ਤੇ ਵੀ ਆਉਂਦਾ, 2 ਨੰਬਰ 'ਤੇ ਵੀ ਆਉਂਦਾ, ਸ਼ਾਰਟ ਵੀ ਆ ਜਾਂਦੇ ਨੇ ਅਤੇ ਲੌਂਗ ਵੀ। ਇਹ ਸਾਰੀ ਡਿਟੇਲ ਜੋ ਆਪਾਂ ਹੁਣੇ ਡਿਸਕਸ ਕੀਤੀ ਹੈ ਇਹਨੂੰ ਹੀ ਆਪਾਂ ਲੌਂਗ ਕੁਐਸਚਨਸ ਦੇ ਵਿੱਚ ਵੀ ਆਪਾਂ ਲਿਖ ਸਕਦੇ ਹਾਂ। ਠੀਕ ਹੈ, ਸੋ ਪੰਜਾਬ ਦੇ ਇਤਿਹਾਸ ਨਿਰਮਾਣ ਵਿੱਚ ਔਂਕੜਾ ਅਤੇ ਸਮੱਸਿਆਵਾਂ। ਪਹਿਲਾ ਪੁਆਇੰਟ ਕਿ ਪੰਜਾਬ ਮੁਗਲ ਸਾਮਰਾਜ ਦਾ ਇੱਕ ਅੰਗ ਹੈ, ਉਹ ਬਣਾਉਣਾ ਚਾਹੁੰਦੇ ਸੀਗੇ। ਠੀਕ ਹੈ, ਉਸ ਟਾਈਮ 'ਤੇ ਇੱਕ ਅੰਗ ਹੈ। ਦੂਸਰਾ ਇਤਿਹਾਸ ਅਤੇ ਮਿਥਿਹਾਸ ਦੀ ਮਿਲਾਵਟ।
ਠੀਕ ਹੈ। ਕਾਫੀ ਸਾਰੀ ਮਨ ਘੜੰਤ ਕਾਲਪਨਿਕ ਕਥਾਵਾਂ ਸਿੱਖਾਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਜੋੜੀ ਗਈਆਂ। ਇਸ ਕਰਕੇ ਕੁਛ ਵੀ ਜਿਹੜਾ ਸੀਗਾ ਤੱਥ ਫੈਕਟ ਦੇ ਅਕੋਰਡਿੰਗ ਕੋਈ ਵੀ ਗੱਲ ਨਹੀਂ ਮਿਲਦੀ। ਇਤਿਹਾਸ ਤੇ ਇਤਿਹਾਸ ਦੀ ਮਿਲਾਵਟ ਕੀਤੀ ਗਈ ਹੈ। ਤੀਸਰਾ, ਸਿੱਖ ਗੁਰੂਆਂ ਦੇ ਵਿਰੋਧੀ ਦੁਆਰਾ ਕੁਸੇਵਾ। ਇੰਨੀ ਕੁ ਜ਼ਿਆਦਾ ਉਹਨਾਂ ਨੇ ਕੁਸੇਵਾ ਮਤਲਬ ਕਿ ਉਹ ਇੰਨਾ ਕੁ ਜ਼ਿਆਦਾ ਦਮਨ ਕਰਦੇ ਆ, ਸਿੱਖਾਂ ਦਾ ਅੱਤਿਆਚਾਰ ਕਰਦੇ ਆ ਕਿ ਉਹ ਮਤਲਬ ਜਿਵੇਂ ਕਿ ਆਪਾਂ ਪਿਛਲੇ ਪੜ੍ਹਿਆ ਕਿ ਕਲਮ ਫੜਨੀ ਉਸ ਟਾਈਮ 'ਤੇ ਜ਼ਰੂਰੀ ਨਹੀਂ ਸੀਗੀ, ਕਿਉਂਕਿ ਉਸ ਟਾਈਮ ਜੋ ਉਹ ਸਮਾਂ ਵਾ ਉਹ ਹਥਿਆਰਾਂ ਦੀ, ਤਲਵਾਰਾਂ ਦੀ ਮੰਗ ਕਰਦਾ ਪਿਆ ਸੀਗਾ। ਠੀਕ ਹੈ। ਚੌਥਾ, ਹਿੰਦੂ ਪੁਜਾਰੀ ਵਰਗ ਦੀ ਅਣਗਹਿਲੀ। ਉਹਨਾਂ ਨੇ ਵੀ ਅਣਗਹਿਲੀ ਦਿਖਾਈ। ਉਹ ਸਿੱਖ ਧਰਮ ਨੂੰ ਆਪਣਾ ਇੱਕ ਅਲੱਗ ਤਰੀਕੇ ਨਾਲ ਕਿ ਇਹ ਸਾਡਾ ਜੋ ਹੈ ਇਹ ਗਲਤ ਕਰਦੇ ਪਏ ਨੇ, ਸਾਡੇ ਧਰਮ ਦੀ ਲਿਖਣਾ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਪਖੰਡ ਦਾ ਪਰਦਾਫਾਸ਼ ਕੀਤਾ ਸੀਗਾ। ਠੀਕ ਹੈ। ਇਸ ਕਰਕੇ ਹਿੰਦੂ ਪੁਜਾਰੀ ਵਰਗ ਨੇ ਵੀ ਇੱਥੇ ਅਣਗਹਿਲੀ ਦਿਖਾਈ। ਪੰਜਵਾਂ ਪੁਆਇੰਟ ਹੈ ਕਿ 18ਵੀਂ ਸਦੀ ਵਿੱਚ ਇਤਿਹਾਸਿਕ ਗ੍ਰੰਥਾਂ ਦਾ ਨਸ਼ਟ ਹੋ ਜਾਣਾ। ਕਿਉਂਕਿ ਕਾਫੀ ਸਾਰੇ ਜਿਹੜੇ ਸੀਗੇ, ਜ਼ਿਆਦਾਤਰ ਜਿਹੜੀ ਸਿੱਖ ਕਮਿਊਨਿਟੀ ਸੀਗੀ ਉਹ ਮੁਗਲਾਂ, ਅਫਗਾਨਾਂ ਦੇ ਨਾਲ ਲੜਾਈਆਂ ਵਿੱਚ ਰੁੱਝੀ ਰਹੀ, ਅਤੇ ਇਸ ਕਰਕੇ ਉਹਨਾਂ ਨੂੰ ਆਪਣਾ ਇਤਿਹਾਸ ਸਮੇਟਣ ਦਾ ਜਾਂ ਕਿਤੇ ਵੀ ਇੱਕ ਸਪੈਸੀਫਿਕ ਡਿਟੇਲ ਰੱਖਣ ਦਾ ਮੌਕਾ ਨਹੀਂ ਮਿਲਿਆ। 6 ਪੁਆਇੰਟ ਕੀ ਕਹਿੰਦਾ ਵਾ ਕਿ ਸਿੱਖ ਦੁਆਰਾ ਆਪਣਾ ਇਤਿਹਾਸ ਨਾ ਲਿਖਿਆ ਜਾ ਸਕਣਾ। ਅਫਕੋਰਸ ਆਪਾਂ ਪਹਿਲੇ ਸਾਰੇ ਹੀ ਰੀਜ਼ਨਸ ਨੂੰ ਡਿਟੇਲ ਦੇ ਵਿੱਚ ਡਿਸਕਸ ਕੀਤਾ ਵਾ, ਅਤੇ ਉਹਨਾਂ ਕੋਲ ਇਤਿਹਾਸ ਨਹੀਂ ਲਿਖਿਆ ਗਿਆ। ਇਹ ਤਾਂ ਬਿਲਕੁਲ ਜਿਵੇਂ ਆਪਾਂ ਲੈਸਨ ਦੇ ਵਿੱਚ ਜਾਂ PPT ਦੁਆਰਾ ਆਪਾਂ ਪੜ੍ਹਦੇ ਪਏ ਹਾਂ, ਲੈਸਨ ਸਾਰੇ ਆਪਣੇ ਆਪ ਹੀ ਯਾਦ ਹੋਈ ਜਾ ਰਹੇ ਪੁਆਇੰਟ ਕਿ ਜੇਕਰ ਸਾਨੂੰ ਕੋਈ ਕੁਐਸਚਨ ਪੁੱਛਦਾ ਵਾ ਤਾਂ ਆਪਾਂ ਇਹਨੂੰ ਥੋੜ੍ਹੀ ਜਿਹੀ ਡਿਟੇਲ ਦੇ ਵਿੱਚ ਲਿਖ ਸਕਦੇ ਹਾਂ। 1708 ਈਸਵੀ ਤੋਂ ਲੈ ਕੇ 1766 ਈਸਵੀ ਤੱਕ ਸਿੱਖਾਂ ਦਾ ਅਫਗਾਨਾਂ ਅਤੇ ਮੁਗਲਾਂ ਨਾਲ ਘੋਰ ਸੰਘਰਸ਼ ਲਿਆ। ਇਹ ਟਾਈਮ ਪੀਰੀਅਡ ਯਾਦ ਰੱਖੋ, ਕਿਉਂਕਿ ਇਹ ਟਾਈਮ ਪੀਰੀਅਡ ਦੇ ਛੋਟੇ ਟਾਈਮ ਜਾਂ 2 ਤੋਂ 3 ਸਾਲ ਦੇ ਗੈਪ ਦੇ ਵਿੱਚ ਵੀ ਕੋਈ ਹੋਰ ਮੁਸਲਮਾਨ ਆ ਜਾਂਦਾ ਸੀਗਾ, ਉਹ ਕੋਈ ਆਪਣਾ ਸਿੱਖਾਂ ਦੇ ਨਾਲ ਅਲੱਗ ਤਰੀਕੇ ਨਾਲ ਅਲੱਗ ਹੱਥਕੰਡੇ ਅਪਣਾ ਕੇ ਸਿੱਖਾਂ ਦਾ ਦਮਨ ਕਰਦਾ ਸੀਗਾ। ਫਿਰ ਥੋੜ੍ਹੀ ਚਿਰ ਬਾਅਦ 2-3 ਸਾਲਾਂ ਬਾਅਦ ਫਿਰ ਕੋਈ ਉੱਠ ਖਲੋਂਦਾ ਸੀਗਾ। ਸੋ 1708 ਈਸਵੀ ਤੱਕ ਤੋਂ 1766 ਈਸਵੀ ਤੱਕ ਤੇ ਸਿੱਖਾਂ ਦੇ ਲਈ ਪੂਰਾ ਕਹਿ ਲਓ ਕਿ ਸਿਰਦਰਦੀ ਵਾਲਾ ਟਾਈਮ ਪੀਰੀਅਡ ਰਿਹਾ ਵਾ, ਪੂਰਾ ਦਾ ਪੂਰਾ। ਪੰਜਾਬ ਦੀ ਵੰਡ 1947 ਦੇ ਵਿੱਚ ਹੋਈ, ਜਿਹਦੇ ਕਰਕੇ ਸਾਨੂੰ ਉਸ ਤੋਂ ਬਾਅਦ ਵੀ ਕਾਫੀ ਸਾਰੇ ਜਿਹੜੇ ਆ ਵੰਡ ਦੇ ਕਾਰਨ ਭਾਰਤ ਅਤੇ ਪਾਕਿਸਤਾਨ ਦੇ ਜਿਹੜੇ ਰਿਸ਼ਤੇ ਇੰਨੇ ਜ਼ਿਆਦਾ ਚੰਗੇ ਨਹੀਂ ਸੀਗੇ। ਸੋ ਉਸ ਸਮੇਂ ਵੀ ਆਪਾਂ ਕਾਫੀ ਸਾਰੇ ਜਿਹੜੇ ਇਤਿਹਾਸਿਕ ਸੋਮੇ ਜਿਹੜੇ ਆ ਖੋ ਦਿੱਤੇ ਆਪਾਂ। ਮਹੰਤ ਅਤੇ ਜਗੀਰਦਾਰ ਅਤੇ ਹੋਰ ਪ੍ਰਾਚੀਨ ਪਰਿਵਾਰਾਂ ਦਾ ਵੀ ਅਸਹਿਯੋਗ। ਇੱਥੇ ਵੀ ਜਿਹੜੀ ਉਹਨਾਂ ਨੇ ਆਪਣਾ ਜਿਹੜਾ ਕੋਆਪਰੇਸ਼ਨ ਨਹੀਂ ਦਿਖਾਇਆ, ਜੋ ਵੀ ਇਤਿਹਾਸ ਦੀ ਸਾਰੀ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਨੂੰ ਸਮੇਟਣ ਦੇ ਲਈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਸਿੱਖ ਦੇ ਧਾਰਮਿਕ ਸਾਹਿਤ ਜੋ ਵੀ ਜਿੱਥੋਂ ਉਹਨਾਂ ਦੇ ਜਿਹੜੇ ਸੀਗੇ ਸਪੈਸ਼ਲੀ ਸਿੱਖਾਂ ਦੇ ਵਿੱਚ ਜਿਨ੍ਹਾਂ ਨੇ ਕੀ ਸੀਗਾ ਆਪਣਾ ਇੱਕ ਗ੍ਰੇਟ ਕੰਟਰੀਬਿਊਸ਼ਨ ਦਿੱਤਾ ਸਿੱਖ ਧਾਰਮਿਕ ਗ੍ਰੰਥ ਨੂੰ ਇਕੱਠਾ ਕਰਨ ਦੇ ਲਈ, ਉਹਨਾਂ ਸਾਰਿਆਂ ਦੇ ਨਾਮ ਨੇ, ਜਿਵੇਂ ਕਿ ਆਦਿ ਗ੍ਰੰਥ ਸਾਹਿਬ, ਭਾਈ ਗੁਰਦਾਸ ਦੀਆਂ ਵਾਰਾਂ, ਦਸ਼ਮ ਗ੍ਰੰਥ, ਹੁਕਮਨਾਮੇ, ਜਨਮ ਸਾਖੀਆਂ, ਜਿਨ੍ਹਾਂ ਤੋਂ ਸਾਨੂੰ ਸਾਰਾ ਉਸ ਟਾਈਮ ਦਾ ਸਾਰਾ ਪੀਰੀਅਡ ਜਾਂ ਉਸ ਸਮੇਂ ਦੀ ਜੋ ਵੀ ਸਾਰੀ ਇੰਪੋਰਟੈਂਟ ਜਾਂ ਬੇਸਿਕ ਤੋਂ ਲੈ ਕੇ ਇੰਪੋਰਟੈਂਟ ਘਟਨਾਵਾਂ ਦੀ ਜਿਹੜੀ ਇਨਫੋਰਮੇਸ਼ਨ ਸੀਗੀ ਇਹਨਾਂ ਸਾਨੂੰ ਧਾਰਮਿਕ ਸਾਹਿਤ ਤੋਂ ਮਿਲਦੀ ਹੈ, ਕੋਈ ਅਲੱਗ ਨਹੀਂ, ਸਿੱਖਾਂ ਦੇ ਧਾਰਮਿਕ ਸਾਹਿਤ ਤੋਂ ਮਿਲਦੀ ਹੈ। ਆਦਿ ਗ੍ਰੰਥ ਸਾਹਿਬ ਜਿਹਦਾ ਕਿ ਸੰਪਾਦਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 1604 ਈਸਵੀ ਵਿੱਚ ਭਾਈ ਗੁਰਦਾਸ ਜੀ ਦੁਆਰਾ ਲਿਖਾਇਆ। ਦੁਬਾਰਾ ਰਿਪੀਟ ਕਰਦੇ ਹਾਂ ਕਿ ਸੰਪਾਦਨ ਕਿੰਨਾ ਕੁ ਕਰਵਾਇਆ ਗਿਆ? ਸ਼੍ਰੀ ਗੁਰੂ ਅਰਜਨ ਦੇਵ ਜੀ ਕੋਲੋਂ। ਕਦੋਂ ਕਰਵਾਇਆ ਗਿਆ? 1604 ਈਸਵੀ। ਕਿਹਦੇ ਕੋਲੋਂ ਕਰਵਾਇਆ ਗਿਆ? ਭਾਈ ਗੁਰਦਾਸ ਜੀ ਦੁਆਰਾ ਲਿਖਵਾਇਆ ਗਿਆ। ਇਹ 1-2 ਨੰਬਰ ਦੇ ਇਹਦੇ 'ਚੋਂ ਕੁਐਸਚਨ ਆਏ ਜਾਂਦੇ ਨੇ। ਪਹਿਲੇ 5 ਗੁਰੂ ਸਾਹਿਬਾਨ ਕੀ ਸੀਗਾ? ਸ਼੍ਰੀ ਗੁਰੂ ਆਦਿ ਗ੍ਰੰਥ ਸਾਹਿਬ ਦੇ ਵਿੱਚ ਕੀ ਹੈ? ਪਹਿਲੇ 5 ਗੁਰੂ ਸਾਹਿਬਾਨ ਅਤੇ 9ਵੇਂ ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ ਇਹਦੇ ਵਿੱਚ। ਪੂਰਬ ਕਾਲ ਅਤੇ ਸਮਕਾਲੀ ਹਿੰਦੂ ਭਗਤ, ਮੁਸਲਿਮ ਸੂਫੀਆਂ, ਭੱਟਾਂ ਦੀ ਬਾਣੀ ਵੀ ਦਰਜ ਹੈ। 16ਵੀਂ 17ਵੀਂ ਸਦੀ ਦੀਆਂ ਰਾਜਨੀਤਿਕ, ਸਮਾਜਿਕ, ਆਰਥਿਕ, ਧਾਰਮਿਕ ਅਸਥਾਵਾਂ ਬਾਰੇ ਵੀ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਆਦਿ ਗ੍ਰੰਥ ਸਾਹਿਬ ਦੇ ਵਿੱਚ। ਠੀਕ ਹੈ। ਸੋ ਕਾਫੀ ਸਾਰੀ ਸਾਨੂੰ ਜਿਹੜੀ ਡਿਟੇਲ ਆ ਇਹਦੇ ਵਿੱਚੋਂ ਮਿਲੀ ਆ। ਓਵਰਆਲ ਜੇਕਰ ਦੇਖੀਏ ਤਾਂ ਕਾਫੀ ਸਾਰੀ ਸਮੱਸਿਆਵਾਂ ਦੇਖਣ ਨੂੰ ਮਿਲੀਆਂ ਪੰਜਾਬ ਦਾ ਇਤਿਹਾਸ ਗੜਨ ਦੇ ਸਮੇਂ, ਪਰ ਇਹਨਾਂ ਸਾਰੀ ਚੀਜ਼ਾਂ ਦੇ ਦੁਆਰਾ ਕੁਛ ਨਾ ਕੁਛ ਐਸਟੀਮੇਟ ਲਗਾ ਕੇ ਜਿਹੜੀ ਸਾਰਾ ਦਾ ਸਾਰਾ ਇਤਿਹਾਸ ਆ ਪੰਜਾਬ ਦਾ ਤਿਆਰ ਕੀਤਾ ਗਿਆ। ਦੂਸਰਾ ਹੈ ਭਾਈ ਗੁਰਦਾਸ ਭੱਲਾ ਦੀਆਂ ਵਾਰਾਂ, ਜੋ ਕਿ 1558 ਤੋਂ ਲੈ ਕੇ 1629 ਤੱਕ ਨੇ। ਇਹਦੇ ਵਿੱਚ ਕੀ ਹੈ? ਗੁਰੂ ਅਮਰਦਾਸ ਜੀ ਦੇ ਭਰਾ ਸ਼੍ਰੀ ਦਤਾਰ ਚੰਦ ਭੱਲਾ ਦੇ ਪੁੱਤਰ ਸੀਗੇ। ਕੌਣ ਸੀਗੇ ਗੁਰਦਾਸ ਭੱਲਾ ਦੀਆਂ ਵਾਰਾਂ? ਯਾਨੀ ਕਿ ਭਾਈ ਗੁਰਦਾਸ ਭੱਲਾ ਕੌਣ ਸੀਗੇ? ਗੁਰੂ ਅਮਰਦਾਸ ਜੀ ਦੇ ਭਰਾ ਸ਼੍ਰੀ ਦਤਾਰ ਚੰਦ ਭੱਲਾ ਦਾ ਪੁੱਤਰ। ਚੌਥੇ, 5ਵੇਂ, 6ਵੇਂ ਗੁਰੂ ਸਾਹਿਬਾਨ ਦੇ ਸ਼ਰਧਾਲੂ ਵੀ ਰਹੇ ਹਨ। ਉੱਚ ਕੋਟੀ ਦੇ ਕਵੀ ਵੀ ਹਨ। 39 ਵਾਰਾਂ ਦੀ ਰਚਨਾ ਵੀ ਇਹਨਾਂ ਨੇ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ
ਠੀਕ ਹੈ। ਪਹਿਲੀ ਵਾਰ ਗੁਰੂ ਗ੍ਰੰਥ ਨਾਨਕ ਦੇਵ ਜੀ ਦੇ ਜੀਵਨ ਬਾਰੇ ਇਹਨਾਂ ਨੇ ਲਿਖਿਆ, ਉਹ ਵੀ ਬਿਨਾਂ ਕੋਈ ਕਾਲਪਨਿਕ ਕਥਾਵਾਂ ਤੋਂ ਡਿਟੇਲ ਦੇ ਵਿੱਚ। ਮਤਲਬ ਇਹਨਾਂ ਨੇ ਸਭ ਤੋਂ ਪਹਿਲਾਂ ਅੱਛੀ ਅਤੇ ਬਿਲਕੁਲ ਫੈਕਟ ਬੇਸ 'ਤੇ ਇਨਫੋਰਮੇਸ਼ਨ ਇਹਨਾਂ ਨੇ ਦਿੱਤੀ। 11ਵੀਂ ਵਾਰ ਪਿਛਲੇ 6 ਗੁਰੂ ਸਾਹਿਬਾਨ ਦੇ ਸਿੱਖਾਂ ਬਾਰੇ ਇਹਨਾਂ ਨੇ ਸਾਰਾ ਕੁਛ ਇਹਨਾਂ ਨੇ ਗ੍ਰੰਥ ਦੇ ਵਿੱਚ ਲਿਖਿਆ। ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਦਸ਼ਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ, ਜਿਹੜੇ ਕਿ 18 ਗ੍ਰੰਥਾਂ ਦਾ ਸੰਗ੍ਰਹਿ ਹੈ। ਪਹਿਲਾ ਕੀ ਬੋਲਦਾ ਹੈ ਕਿ ਜਾਪ ਸਾਹਿਬ, ਅਕਾਲ ਉਸਤਤ, ਬਚਿੱਤਰ ਨਾਟਕ। ਇਹ ਵੀ 1-2 ਕੁਐਸਚਨਸ ਦੇ ਵਿੱਚ ਸਾਨੂੰ ਪੁੱਛ ਸਕਦੇ ਨੇ। 4 ਭਾਸ਼ਾਵਾਂ ਕਿਹੜੀਆਂ-ਕਿਹੜੀਆਂ? ਪੰਜਾਬੀ, ਹਿੰਦੀ, ਫਾਰਸੀ, ਬ੍ਰਜ। ਚੰਡੀ ਦੀ ਵਾਰ ਲਿਖਿਤ ਹੈ ਇਹਦੇ ਵਿੱਚ। ਬ੍ਰਹਮ ਅਵਤਾਰ, ਗਿਆਨ ਪ੍ਰਬੋਧ, ਰੁਦਰ ਅਵਤਾਰ, ਸ਼ਬਦ ਹਜ਼ਾਰੇ, ਜਫਰਨਾਮਾ, ਸ਼ਸਤਰਨਾਮ ਮਾਲਾ। ਇਹ ਸਾਰੇ ਹੀ ਜਿਹੜੇ ਨੇ ਦਸ਼ਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈਗਾ ਤੇ ਕੁੱਲ 18 ਗ੍ਰੰਥ ਦਾ ਸੰਗ੍ਰਹਿ ਹੈ। ਹੁਕਮਨਾਮੇ, ਜਿਨ੍ਹਾਂ ਦਾ ਕਿ ਸ਼ਾਬਦਿਕ ਅਰਥ ਆਗਿਆ ਪੱਤਰ। ਹੁਕਮਨਾਮੇ ਦਾ ਜੇਕਰ ਕੋਈ ਡੈਫੀਨੇਸ਼ਨ ਪੁੱਛੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਸ਼ਾਬਦਿਕ ਅਰਥ ਮੰਨੇ ਕਿ ਆਗਿਆ ਪੱਤਰ। ਠੀਕ ਹੈ। ਹੁਕਮਨਾਮੇ ਹੁਣ ਤੱਕ ਜਿਹੜੇ ਆ ਹਿਸਟਰੀ ਦੇ ਪੂਰੇ ਪੀਰੀਅਡ ਦੇ ਵਿੱਚ ਕਿੰਨੇ ਮਿਲ ਚੁੱਕੇ ਨੇ ਸਾਨੂੰ? 89। ਠੀਕ ਹੈ। 34 ਹੁਕਮਨਾਮੇ ਜਿਹੜੇ ਮਿਲੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਅਤੇ 23 ਗੁਰੂ ਤੇਗ ਬਹਾਦਰ ਜੀ ਦੇ ਸੀਗੇ। ਠੀਕ ਹੈ ਨਾ। 34 ਹੁਕਮਨਾਮੇ ਗੁਰੂ ਗੋਬਿੰਦ ਸਿੰਘ ਜੀ ਦੇ ਸੀਗੇ ਅਤੇ 23 ਜਿਹੜੇ ਹੁਕਮਨਾਮੇ ਸੀਗੇ ਉਹ ਗੁਰੂ ਤੇਗ ਬਹਾਦਰ ਜੀ ਦੇ ਸੀਗੇ। ਅਤੇ ਹੁਕਮਨਾਮੇ ਦੀ ਕੁੱਲ ਸੰਖਿਆ ਕਿੰਨੀ ਸੀਗੀ? 89। ਹੁਕਮਨਾਮੇ ਵਿੱਚ ਕੀ ਸੰਦੇਸ਼ ਹੁੰਦਾ ਸੀਗਾ? ਗੁਰੂ ਦੇ ਲੰਗਰ ਲਈ ਰਸ਼ਦ, ਤੀਰਥ ਸਥਾਨਾਂ ਦੇ ਨਿਰਮਾਣ ਲਈ ਧਨ, ਲੜਾਈਆਂ ਲਈ ਘੋੜੇ ਅਤੇ ਸ਼ਸਤਰਾਂ ਦੀ। ਇਹਨਾਂ ਨੂੰ ਹੁਕਮਨਾਮੇ ਕਿਹਾ ਜਾਂਦਾ ਸੀਗਾ। ਅਤੇ ਚੌਥਾ ਪੁਆਇੰਟ ਹੈ ਕਿ ਡਾਕਟਰ ਗੰਦਾ ਸਿੰਘ ਜੀ ਦੇ ਯਤਨ ਸਦਕਾ 1967 ਈਸਵੀ ਦੇ ਵਿੱਚ ਹੁਕਮਨਾਮੇ ਨਵੀਂ ਜਿਹੜੀ ਪੁਸਤਕ ਵੀ ਪ੍ਰਕਾਸ਼ਿਤ ਕੀਤੀ ਗਈ ਅਤੇ ਇਹਨਾਂ ਨੇ ਕਾਫੀ ਸਾਰਾ ਜਿਹੜੇ ਐਫਰਟ ਡਾਲੇ ਹੁਕਮਨਾਮਾ ਨੂੰ ਇਕੱਠੇ ਕਰਨ ਲਈ। ਠੀਕ ਹੈ। ਹੁਣ ਅਸੀਂ ਗੱਲ ਕਰਦੇ ਹਾਂ ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ। ਜਿਵੇਂ ਕਿ ਆਪਾਂ ਪਹਿਲੇ ਪੜ੍ਹਿਆ ਕਿ ਕਾਫੀ ਸਾਰੇ ਸਿੱਖਾਂ ਦੇ ਧਾਰਮਿਕ ਸਾਹਿਤ ਤੋਂ ਸਾਨੂੰ ਕਾਫੀ ਡਿਟੇਲ ਵਿੱਚ ਮਿਲੀ, ਜਿਵੇਂ ਕਿ ਆਦਿ ਗ੍ਰੰਥ ਸਾਹਿਬ ਤੋਂ, ਵਾਰਾਂ ਤੋਂ, ਜਨਮ ਸਾਖੀਆਂ ਤੋਂ। ਹੁਣ ਅਸੀਂ ਜਨਮ ਸਾਖੀ ਬਾਰੇ ਡਿਟੇਲ ਵਿੱਚ ਗੱਲ ਕਰਾਂਗੇ। ਜਨਮ ਸਾਖੀ ਜਿਹੜੀ ਸੀਗੀ ਭਾਈ ਮਨੀ ਸਿੰਘ ਜੀ ਨੇ ਲਿਖੀ ਸੀਗੀ, ਜਾਂ ਗਿਆਨ ਰਤਨਾਵਲੀ। ਜਨਮ ਸਾਖੀ ਜਿਹੜੀ ਆ ਸਾਖੀ ਜਾਂ ਗਿਆਨ ਰਤਨਾਵਲੀ 1675 ਤੋਂ 1708 ਦੌਰਾਨ ਇਹ ਲਿਖੀ ਗਈ ਆ। ਪਹਿਲਾ ਭਾਗ ਜ਼ਿਆਦਾ ਉਪਯੋਗੀ ਹੈ, ਦੂਸਰਾ ਭਾਗ ਜ਼ਿਆਦਾਤਰ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚੋਂ ਹੈ। ਠੀਕ ਹੈ। ਇਹਦੇ ਵਿੱਚ ਵੀ ਉਹਨਾਂ ਜ਼ਿਆਦਾ ਡਿਟੇਲ 'ਚ ਨਹੀਂ ਪੁੱਛਦੇ, ਬਟ 1 ਨੰਬਰ ਦੇ ਵਿੱਚ ਉਹ ਕੁਐਸਚਨ ਜ਼ਰੂਰ ਪੁੱਛ ਲੈਂਦੇ ਨੇ ਕਿ ਕਿਹੜੀ ਜਨਮ ਸਾਖੀ ਕਿਹਨੇ ਲਿਖੀ। ਠੀਕ ਹੈ। ਜਾਂ ਆਹ ਜਨਮ ਸਾਖੀ ਦਾ ਨਾਮ ਆ, ਇਹ ਕਿਸ ਨੇ ਲਿਖੀ ਹੈ। ਠੀਕ ਹੈ। ਕਿਹੜੇ ਟਾਈਮ ਪੀਰੀਅਡ ਵਿੱਚ ਲਿਖੀ ਹੈ। ਇਹ 3 ਕੁਐਸਚਨ ਨਿਕਲ ਕੇ ਆ ਗਏ ਇਸ ਵਿੱਚੋਂ। ਠੀਕ ਹੈ। ਪੁਰਾਤਨ ਜਨਮ ਸਾਖੀ ਲੇਖਕ ਭਾਈ ਵੀਰ ਸਿੰਘ ਜੀ ਸੀਗੇ 1926 ਦੇ ਵਿੱਚ। ਵਲਾਇਤ ਵਾਲੀ ਜਨਮ ਸਾਖੀ ਹੈਨਰੀ ਥਾਮਸ ਦੀ ਵੀ ਜੋ ਉਸ ਟਾਈਮ 'ਤੇ ਲਿਖੀ ਗਈ ਸੀਗੀ, ਉਹਨਾਂ ਦੀ ਡਿਟੇਲ। ਹਾਫਜ਼ਾਬਾਦ ਵਾਲੀ ਜਨਮ ਸਾਖੀ, ਦੋਵਾਂ ਦੇ ਸੁਮੇਲ ਚਮਤਕਾਰੀ ਘਟਨਾਵਾਂ ਘੱਟ ਹਨ। ਯਾਨੀ ਕਿ ਇਹ ਵਾ ਕਿ ਇੱਥੇ ਦੇਖਿਆ ਕਿ ਇਹਨਾਂ ਵਿੱਚ ਚਮਤਕਾਰੀ ਘਟਨਾਵਾਂ ਘੱਟ ਹਨ, ਸੋ ਇਸ ਕਰਕੇ ਇਹਨਾਂ ਨੂੰ ਇੱਕ ਫੈਕਟ ਬੇਸ 'ਤੇ ਇਹਨਾਂ ਨੇ ਰੱਖਿਆ ਕਿ ਇਹ ਉਸ ਟਾਈਮ ਦੀ ਰਿਐਲਿਟੀ ਬੇਸ 'ਤੇ ਜਿਹੜੀ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਵਾਲੀ ਜਨਮ ਸਾਖੀਆਂ ਹਨ। ਭਾਈ ਬਾਲੇ ਵਾਲੀ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਦਾ ਅਤੇ ਸਾਥੀ ਭਾਈ ਬਾਲਾ। ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਦੀ ਸਹਾਇਤਾ ਨਾਲ ਮੋਖਾ ਜਾਤੀ ਦੇ ਪੇੜਾ ਨਾਮ ਸਿੱਖ ਤੋਂ ਲਿਖਵਾਈ। ਘੱਟ ਵਿਸ਼ਵਾਸਯੋਗ ਹੈ, ਅਸ਼ੁੱਧ ਤੱਤ ਅਤੇ ਦਿਮਾਗੀ ਕਲਪਨਾ ਜ਼ਿਆਦਾ ਹੈ। ਇਹਦੇ ਵਿੱਚ ਇਹ ਵੀ ਹੈ ਕਿ ਕਿਸ ਦੇ ਵਿੱਚ ਕੀ ਕਮੀ ਆ। ਜਿਵੇਂ ਕਿ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਘੱਟ ਹੈ, ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਚਮਤਕਾਰੀ ਘਟਨਾਵਾਂ ਜ਼ਿਆਦਾ ਹਨ, ਅਤੇ ਇਹਦੇ ਵਿੱਚ ਇਹ ਕਿਹਾ ਕਿ ਬਿਲਕੁਲ ਅਵਿਸ਼ਵਾਸਯੋਗ ਹੈ। ਹਾਲਾਂਕਿ ਇਹਦੇ 'ਚ ਵੀ 1 ਨੰਬਰ ਦਾ ਕੁਐਸਚਨ ਆ ਜਾਂਦਾ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਕਿਹਦੇ ਕੋਲ ਲਿਖਵਾਈ ਗਈ ਸੀ? ਇੱਕ ਪੇੜਾ ਇਹ ਮੋਖਾ ਜਾਤੀ ਦਾ ਬੰਦਾ ਸੀਗਾ ਜਿਹਦਾ ਨਾਂ ਕੀ ਸੀਗਾ? ਪੇੜਾ ਨਾਮੀ ਸਿੱਖ ਤੋਂ ਲਿਖਵਾਈ ਗਈ ਸੀ। ਮਿਹਰਬਾਨ ਵਾਲੀ ਜਨਮ ਸਾਖੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥਵੀ ਚੰਦ ਦਾ ਸਪੁੱਤਰ। ਠੀਕ ਹੈ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਬਾਰੇ ਯਥਾਵਾਚਕ ਢੰਗ ਨਾਲ ਬਿਆਨ। ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਵਿਖੇ ਨਿਵਾਸ ਦਾ ਵਿਸਤਾਰਪੂਰਵਕ ਵਰਣਨ। ਕਿ ਜਿਹੜੀ ਮਿਹਰਬਾਨ ਵਾਲੀ ਜਨਮ ਸਾਖੀ ਸੀਗੀ, ਇਹਨੂੰ ਵੀ ਜਿਹੜਾ ਵਾ ਚੰਗਾ ਸਮਝਿਆ ਗਿਆ। ਇਹਦੇ ਤੋਂ ਵੀ ਕਾਫੀ ਸਾਰੀ ਜਿਹੜੀ ਡਿਟੇਲ ਆ ਮਿਲੀ ਆ ਸਿੱਖ ਇਤਿਹਾਸ ਨੂੰ ਲਿਖਣ ਲਈ। ਹੁਣ ਜਿਹੜੀ ਅਸੀਂ ਆ ਹੋਰ ਇਤਿਹਾਸਿਕ ਅਰਧ ਇਤਿਹਾਸਿਕ ਰਚਨਾਵਾਂ ਅਤੇ ਇਤਿਹਾਸਿਕ ਰਚਨਾਵਾਂ ਬਾਰੇ ਗੱਲ ਕਰਾਂਗੇ। ਇਹ ਸਾਰੇ ਦੇ ਸਾਰੇ ਕੀ ਸੀਗੇ ਨੇ? ਇਹ ਗ੍ਰੰਥ ਕਹਿ ਲਓ ਕਿ ਉਸ ਟਾਈਮ ਦੀ ਪੂਰੀ ਬੁੱਕ ਕਹਿ ਲਓ ਕਿ ਇੱਕ ਪੂਰੀ ਦੀ ਪੂਰੀ ਜਿਹੜੀ ਆ ਸਪੈਸੀਫਿਕ ਡਿਟੇਲ ਜਿਹੜੀ ਦਿੱਤੀ ਗਈ ਆ ਪੰਜਾਬ
ਦੇ ਇਤਿਹਾਸ ਨੂੰ ਗੰਢਣ ਦੇ ਲਈ। ਠੀਕ ਹੈ, ਸੋ ਅਲੱਗ-ਅਲੱਗ ਉਸ ਸਮੇਂ ਦੇ ਅੰਗਰੇਜ਼ ਵੀ ਸੀਗੇ, ਕੁਛ ਮੁਸਲਮਾਨ ਵੀ ਸੀਗੇ, ਕੁਛ ਸਿੱਖ ਵੀ ਸੀਗੇ, ਜਿਨ੍ਹਾਂ ਨੇ ਆਪਣੇ ਟਾਈਮ 'ਤੇ ਆਪਣੇ ਅਨੁਸਾਰ ਜਿਹੜੀ ਆ ਲਿਖੀ, ਜਿਹਦੇ ਵਿੱਚੋਂ ਜਿਹੜੀ ਕੁਛ ਡਿਟੇਲ ਜਿਹੜੀ ਵਾਕਈ ਸਹੀ ਲੱਗੀ ਆ, ਉਸ ਤੋਂ ਹੀ ਜਿਹੜਾ ਉਹਦਾ ਤੱਥ ਅਤੇ ਨਿਚੋੜ ਕੱਢ ਕੇ ਜਿਹੜਾ ਪੰਜਾਬ ਦਾ ਇਤਿਹਾਸ ਲਿਖਿਆ ਗਿਆ। ਹੁਣ ਇਹ ਜਿਹੜੀ ਇਹ ਸੈਕਟਰ ਬਾਰੇ ਗੱਲ ਕਰਾਂਗੇ, ਉਹਦੇ ਵਿੱਚ ਹੈ ਕਿ ਅਰਧ ਇਤਿਹਾਸਿਕ ਰਚਨਾਵਾਂ। ਗੁਰੂ ਸ਼ੋਭਾ, ਜਿਹੜੀ ਕਿ ਸੈਨਾਪਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਸਿੱਧ ਕਵੀ 1741 ਵਿੱਚ ਲਿਖਾਈ ਗਈ। ਅਤੇ ਇਹਦਾ ਬਿਰਤਾਂਤ ਕੀ ਹੈ, ਯਾਨੀ ਕਿ ਇਹਦੇ 'ਚ ਆਪਾਂ ਕੀ ਨੋਟਿਸ ਕੀਤਾ ਕਿ 1699 ਤੋਂ ਲੈ ਕੇ 1708 ਇਤਿਹਾਸਿਕ ਘਟਨਾਵਾਂ ਦਾ ਅੱਖੀ ਡਿੱਠਾ ਹਾਲ। ਠੀਕ ਹੈ, ਯਾਨੀ ਕਿ ਇਹ ਵੀ ਜਿਹੜੀ ਆ ਅੱਖੀ ਡਿੱਠਾ ਹਾਲ ਬਿਆਨ ਕਰਨ ਵਾਲਾ ਇਹ ਗ੍ਰੰਥ ਸੀਗਾ। ਸਿੱਖਾਂ ਦੀ ਭਗਤਮਾਲਾ, ਇਹ ਵੀ ਕੀ ਸੀਗੀ, ਭਾਈ ਮਨੀ ਸਿੰਘ ਜੀ ਨੇ ਲਿਖੀ। 18ਵੀਂ ਸਦੀ ਪੂਰਵ ਜਿਹੜੇ ਅਰਧ ਵਿੱਚ ਰਚੀ ਗਈ ਆ। ਇਹਦੇ ਵਿੱਚ ਕੀ ਸਾਨੂੰ ਪੜ੍ਹਨ ਨੂੰ ਮਿਲਿਆ ਵਾ, ਗੁਰੂਆਂ ਦੇ ਜੀਵਨ, ਪ੍ਰਮੁੱਖ ਸਿੱਖਾਂ ਦੇ ਨਾਮ, ਜਾਤੀਆਂ ਅਤੇ ਉਹਨਾਂ ਦਾ ਨਿਵਾਸ ਸਥਾਨ। ਠੀਕ ਹੈ, ਇੱਕ ਨੰਬਰ ਦੇ ਵਿੱਚੋਂ ਕੁਐਸਚਨ ਸਾਰੇ ਆ ਜਾਂਦੇ ਨੇ। ਮਹਿਮਾ ਪ੍ਰਕਾਸ਼ 2 ਲਿਖਿਆ, ਵਾਰਤਕ ਅਤੇ ਕਵਿਤਾ। ਵਾਰਤਕ ਜਿਹੜਾ ਭਾਗ ਆ ਉਹ ਕਿਰਪਾਲ ਚੰਦ ਦੁਆਰਾ 1741 ਗੁਰੂ ਨਾਨਕ ਦੇਵ ਜੀ ਦੇ ਅਤੇ ਗੁਰੂ ਹਰਿਰਾਏ ਬਾਰੇ ਲਿਖਿਆ। ਕਵਿਤਾ ਜਿਹੜਾ ਵਾ, ਕਵਿਤਾ ਦਾ ਜੋ ਪਾਠ ਆ ਉਹ ਸਰੂਪ ਦਾਸ ਬੱਲਾ ਦੁਆਰਾ 1766 ਗੁਰੂ ਅਮਰਦਾਸ ਜੀ ਦੇ ਜੀਵਨ ਬਾਰੇ ਵਿਸਥਾਰਪੂਰਵਕ ਵਰਣਨ ਆ। ਗੁਰੂ ਦੇ ਜੀਵਨ ਬਾਰੇ ਵਿਸਥਾਰਪੂਰਵਕ ਵਰਣਨ ਹੈ, ਯਾਨੀ ਕਿ ਗੁਰੂਆਂ ਦੇ ਜੀਵਨ ਦੇ ਬਾਰੇ ਵਿਸਥਾਰਪੂਰਵਕ ਵਰਣਨ ਆ। ਇਹ ਕਾਫੀ ਸਾਰੀ ਕੰਪਲੀਕੇਟਡ ਆ, ਇੰਨੀ ਸਾਰੀ ਡੇਟਸ ਨੂੰ ਯਾਦ ਕਰਨਾ। ਸੋ ਜਦੋਂ ਵੀ ਇੱਦਾਂ ਦੀ ਚੀਜ਼ ਨੂੰ, ਜਾਂ ਇਤਿਹਾਸ ਦੇ ਹੱਲੇ ਵੀ ਬਹੁਤ ਸਾਰੀ ਕਾਫੀ ਸਾਰੀ ਡੇਟਸ ਯਾਦ ਕਰਨ ਨੂੰ ਮਿਲਣਗੀਆਂ। ਉਸੇ ਤਰ੍ਹਾਂ ਹੀ ਜਿਵੇਂ ਇਸ ਸਲਾਈਡ ਦੇ ਵਿੱਚ ਹੈ, ਉਸੇ ਤਰ੍ਹਾਂ ਹੀ ਇੱਕ ਕਾਪੀ 'ਤੇ ਜਾਂ ਇੱਕ ਰਜਿਸਟਰ 'ਤੇ ਨੋਟ ਬਣਾ ਕੇ ਲਿਖ ਲਓ ਕਾਫੀ ਸਾਰਾ, ਕਿਸ ਚੀਜ਼ ਦਾ ਕੀ ਨਾਮ ਆ, ਕਿੰਨੀ ਕੀਤੀ, ਕਦੋਂ ਕੀਤੀ, ਅਤੇ ਉਹਦਾ ਮੇਨ ਅੰਤ ਕੀ ਆ। ਇਹਨੂੰ ਰੋਜ਼ ਦਾ ਡੇਲੀ ਰਿਵਾਈਜ਼ ਕਰਨ ਦੇ ਨਾਲ ਸਾਰੀ ਤੁਹਾਨੂੰ ਡੇਟਸ ਆਪਣੇ ਆਪ ਹੀ ਯਾਦ ਹੋ ਜਾਣਗੀਆਂ। ਸੋ ਆਈ ਥਿੰਕ ਇਹ ਕਾਫੀ ਵਧੀਆ ਵੇ ਹੈ, ਕਾਫੀ ਵਧੀਆ ਇੱਕ ਪਲਾਨ ਆ ਇਹ ਸਾਰੀ ਚੀਜ਼ਾਂ ਨੂੰ ਔਰਗਨਾਈਜ਼ ਕਰਨ ਦਾ। ਸੋ ਲਾਸਟ ਆਉਂਦੀ ਹੈ ਬੰਸਾਵਲੀ ਨਾਮਾ, ਜੋ ਕਿ ਕੇਸਰ ਸਿੰਘ ਛਿੱਬਰ ਦੁਆਰਾ 1780 ਵਿੱਚ ਲਿਖੀ ਗਈ। ਇਹਦੇ 'ਚ ਵੀ ਕੀ ਸੀਗਾ, ਮਹੱਤਵਪੂਰਨ ਸੋਮਾ ਹੈ। ਇਹ ਮਹੱਤਵਪੂਰਨ ਉਸ ਟਾਈਮ ਦਾ ਸੋਮਾ ਹੈ। 10 ਅਧਿਆਏ ਗੁਰੂ ਸਾਹਿਬਾਨ, 4 ਅਧਿਆਏ ਬੰਦਾ ਸਿੰਘ ਬਹਾਦਰ, ਬਾਬਾ ਅਜੀਤ ਸਿੰਘ, ਮਾਤਾ ਸੁੰਦਰੀ ਅਤੇ ਖਾਲਸਾ ਪੰਥ ਬਾਰੇ ਲਿਖੇ ਗਏ। ਪੰਜਾਬੀ ਹਿੰਦੀ ਦੀਆਂ ਇਤਿਹਾਸਿਕ ਅਤੇ ਅਰਧ ਇਤਿਹਾਸਿਕ ਰਚਨਾਵਾਂ। ਅਰਧ ਇਤਿਹਾਸਿਕ ਯਾਨੀ ਕਿ ਇਹਨਾਂ ਦੇ ਵਿੱਚ ਜਿਹੜਾ ਅਰਧ ਯਾਨੀ ਕਿ ਹਾਫ ਇਤਿਹਾਸਿਕ ਰਚਨਾਵਾਂ ਬਾਰੇ ਜਿਹੜੀ ਸਾਨੂੰ ਡਿਟੇਲ ਮਿਲਦੀ ਆ। ਪਹਿਲਾ ਕੀ ਇਹਦੇ ਵਿੱਚ ਆਉਂਦਾ, ਗੁਰੂ ਬਿਲਾਸ ਪਾਤਸ਼ਾਹੀ 6ਵੀਂ, ਜਿਹੜੇ ਕਿ ਲੇਖਕ ਬਾਰੇ ਪੱਕਾ ਪਤਾ ਨਹੀਂ ਹੈ, ਜਦ ਕਿ 1718 ਵਿੱਚ ਲਿਖੀ ਗਈ ਹੈ। ਇਹਦੇ ਵਿੱਚ ਕੀ ਆ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਿੰਘ ਜੀ ਬਾਰੇ ਲਿਖਿਆ। ਦੂਸਰਾ ਦੇ ਗੁਰੂ ਬਿਲਾਸ ਪਾਤਸ਼ਾਹੀ 10 ਭਾਈ ਸੁੱਖਾ ਸਿੰਘ ਜੀ ਦੁਆਰਾ ਲਿਖੀ ਗਈ 1797 ਈਸਵੀ ਦੇ ਵਿੱਚ। 21 ਅਧਿਆਏ ਹਨ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ। ਇੰਨਾ ਵੀ ਜ਼ਿਆਦਾ ਡਿਟੇਲ ਵਿੱਚ ਨਹੀਂ ਆਪਾਂ ਨੇ ਜਾਣਾ, ਬਸ ਇਹਦੇ ਵਿੱਚ 1-2 ਨੰਬਰ ਦੇ ਆਉਂਦੇ ਆ, ਬਟ ਫਿਰ ਵੀ ਕੁਛ ਪਤਾ ਨਹੀਂ ਹੈ, ਕੋਈ ਕਿਸੇ ਤੋਂ ਕਿਸ ਟਾਈਪ ਦਾ ਕੁਐਸਚਨ ਪੁੱਛ ਲਏ। ਸੋ ਬਿਹਤਰ ਇਹੀ ਹੈ ਕਿ ਇੱਕ, ਜਿਵੇਂ ਕਿ ਮੈਂ ਦੱਸਿਆ, ਪੂਰੀ ਇਸੇ ਤਰ੍ਹਾਂ ਡਿਟੇਲ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਕਿ ਕਿਸ ਚੀਜ਼ ਦਾ ਕੀ ਨਾਮ ਆ, ਕਿਹੜੇ ਟਾਈਮ ਪੀਰੀਅਡ ਦੇ ਵਿੱਚ ਆ, ਕਿੰਨੇ ਕੀਤੀ ਹੈ ਅਤੇ ਕੀ ਇਹਦਾ ਰਿਜ਼ਲਟ ਕੀ ਨਿਕਲਿਆ। ਠੀਕ ਹੈ, ਤਾਂ ਕਿ ਸਾਰੀ ਚੀਜ਼ਾਂ ਨੂੰ ਆਪਾਂ ਜਿਹੜਾ ਵਧੀਆ ਤਰੀਕੇ ਨਾਲ ਲਿਖ ਸਕੀਏ। ਤੁਸੀਂ ਇਹ ਨੋਟਿਸ ਕਰੋ ਕਿ ਸੈਕਿੰਡ ਚੈਪਟਰ ਦੇ ਵਿੱਚ ਹੀ ਕਾਫੀ ਸਾਰੇ ਸਾਨੂੰ ਡੇਟਸ ਅਤੇ ਅਲੱਗ-ਅਲੱਗ ਨਾਮ ਯਾਦ ਕਰਨ ਨੂੰ ਮਿਲਦੇ ਪਏ ਨੇ। ਸੋ ਪਹਿਲੇ ਹੀ ਇੱਕ ਪ੍ਰੀ ਪਲਾਨ ਮੈਥਡ ਦੇ ਨਾਲ ਚੱਲੋ ਕਿ ਅੱਗੇ ਜਾ ਕੇ ਜਿਹੜੀ ਤੁਹਾਨੂੰ ਕੋਈ ਵੀ ਡਿਫਿਕਲਟੀ, ਖਾਸ ਕਰ ਹਿਸਟਰੀ ਦੇ ਸਬਜੈਕਟ ਦੇ ਵਿੱਚ ਤੁਹਾਨੂੰ ਕੋਈ ਵੀ ਡਿਫਿਕਲਟੀ ਫੇਸ ਨਾ ਕਰਨੀ ਪਵੇ। ਉਸ ਤੋਂ ਬਾਅਦ ਇੱਕ ਪਰਚੀਆਂ ਨਾਂ ਦਾ ਵੀ ਅਰਧ ਇਤਿਹਾਸਿਕ ਗ੍ਰੰਥ ਸਾਹਮਣੇ ਆਉਂਦਾ, ਜਿਹੜਾ ਕਿ ਭਾਈ ਸੇਵਾਦਾਸ ਦੁਆਰਾ ਲਿਖਿਆ ਗਿਆ। ਇਹ 50 ਸਾਖੀਆਂ ਦਾ ਸੰਗ੍ਰਹਿ ਹੈ। ਸਾਖੀ ਪੋਥੀ ਜਿਹੜੀ ਆ ਉਹ ਮਾਲਵੇ ਦਾ ਵਾਸੀ 1840 ਦੇ ਵਿੱਚ ਲਿਖੀ ਗਈ। ਇਹਦੇ ਵਿੱਚ 120 ਸਾਖੀਆਂ ਹਨ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਆ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਆ। ਦੂਸਰੀ ਆਪਾਂ ਗੱਲ ਕਰਦੇ ਗੁਰੂ ਪ੍ਰਤਾਪ ਸੂਰਜ ਗ੍ਰੰਥ, ਭਾਈ ਸੰਤੋਖ ਸਿੰਘ ਜੀ ਦੇ 2 ਭਾਗ, ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼। ਉਸ ਤੋਂ ਬਾਅਦ ਆਪਾਂ ਪ੍ਰਾਚੀਨ ਪੰਥ ਪ੍ਰਕਾਸ਼ ਬਾਰੇ ਗੱਲ ਕਰਦੇ, ਜਿਹਦੇ ਵਿੱਚ ਇਹ ਰਤਨ ਸਿੰਘ ਭੰਗੂ, ਇਹ ਥੋੜ੍ਹਾ ਇੰਪੋਰਟੈਂਟ ਹੈ। ਪ੍ਰਾਚੀਨ ਪੰਥ ਪ੍ਰਕਾਸ਼ 1 ਨੰਬਰ ਦੇ ਵਿੱਚ ਰਤਨ ਸਿੰਘ ਭੰਗੂ ਦੁਆਰਾ 1841 ਵਿੱਚ ਲਿਖੀ ਗਈ 18ਵੀਂ ਸਦੀ ਦੀਆਂ ਘਟਨਾਵਾਂ। ਪੰਜ ਪ੍ਰਕਾਸ਼ ਅਤੇ ਤਵਾਰਿਖ ਗੁਰੂ ਖਾਲਸਾ, ਇਹ ਵੀ ਇੰਪੋਰਟੈਂਟ ਹੈ। ਕਿਸ ਨੇ ਲਿਖੀ ਸੀਗੀ, ਗਿਆਨੀ ਗਿਆਨ ਸਿੰਘ ਜੀ ਨੇ। ਸਿੱਖ ਧਰਮ ਦੀ ਉਤਪੱਤੀ ਤੋਂ ਲੈ ਕੇ ਰਾਜਨੀਤਿਕ ਪਤਨ ਤੱਕ। ਹੁਣ ਅਸੀਂ ਗੱਲ ਕਰਦੇ ਹਾਂ ਪਟਵਾਹੀਆਂ ਬਾਰੇ। ਪਟਵਾਹੀਆਂ ਕੀ ਸੀਗੇ, ਗਿਆਨੀ ਗਿਰਜਾ ਸਿੰਘ ਤੇ ਯਤਨਾ ਸਦਕਾ ਸੋਮੇ ਬਾਰੇ ਪਤਾ ਲੱਗਿਆ
ਭੱਟ ਲੋਕ ਜਿਹੜੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਗੁਰੂਆਂ ਦੇ ਸੰਪਰਕ ਵਿੱਚ ਆਏ, ਯਾਨੀ ਕਿ ਭੱਟ ਜਾਤੀ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਲਿਖੀਆਂ। ਇਹਨਾਂ ਨੇ ਤਤਕਾਲੀ ਘਟਨਾਵਾਂ ਨੂੰ ਮਿਤੀਆਂ ਸਮੇਤ ਲਿਖਿਆ ਅਤੇ ਪੀੜ੍ਹੀ ਦਰ ਪੀੜ੍ਹੀ ਇਹਨਾਂ ਨੂੰ ਸੰਭਾਲ ਕੇ ਰੱਖਿਆ। ਯਾਨੀ ਕਿ ਇਹ ਉਹ ਜਿਹੜੇ ਕਮਿਊਨਿਟੀ ਦੇ ਬੰਦੇ ਸੀਗੇ ਭੱਟ ਇੱਕ ਜਾਂਤ ਤੋਂ ਰਿਲੇਟਡ, ਇਹਨਾਂ ਨੇ ਕਾਫੀ ਵਧੀਆ ਸੰਘਰਸ਼, ਕਾਫੀ ਕੋਆਪਰੇਟਿਵ ਦਿਖਾਇਆ ਪੀੜ੍ਹੀ ਦਰ ਪੀੜ੍ਹੀ ਜਿਹੜੀ ਸੀਗੀ ਉਸ ਸਮੇਂ ਤਕਾਲ ਘਟਨਾਵਾਂ ਇਤਿਹਾਸ ਨੂੰ ਸਮੇਟਣ ਲਈ। ਸੋ ਕਾਫੀ ਭਰੋਸੇਮੰਦ ਜਿਹੜੀ ਆ ਇਹਨਾਂ ਦੀ ਇਨਫੋਰਮੇਸ਼ਨ ਮੰਨੀ ਗਈ। ਇਹਨਾਂ ਤੋਂ ਗੁਰੂ ਹਰਗੋਬਿੰਦ ਸਿੰਘ ਜੀ ਦੇ ਯੁੱਧਾਂ ਬਾਰੇ, ਗੁਰੂ ਤੇਗ ਬਹਾਦਰ ਜੀ ਦੀਆਂ ਯਾਤਰਾਵਾਂ ਬਾਰੇ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਬਾਰੇ ਜਾਣਕਾਰੀ ਮਿਲੀ। ਸੋ ਤੁਸੀਂ ਹੁਣ ਤੱਕ ਦੇ ਚੈਪਟਰ ਦੇ ਵਿੱਚ ਦੇਖ ਹੀ ਲਿਆ ਹੋਵੇਗਾ ਕਿ ਕਾਫੀ ਅਲੱਗ-ਅਲੱਗ ਤਰੀਕੇ ਦੇ ਨਾਲ ਤੇ ਕਾਫੀ ਜਦੋਹਦ ਕਰਕੇ ਪੰਜਾਬ ਦਾ ਇਤਿਹਾਸ ਰਚਿਆ ਗਿਆ, ਜਿਨ੍ਹਾਂ ਵਿੱਚ ਜ਼ਿਆਦਾ ਤੋਂ ਜ਼ਿਆਦਾਤਰ ਜਿਹੜੀ ਜਾਣਕਾਰੀ ਸਾਨੂੰ ਸਿੱਖਾਂ ਦੇ ਧਾਰਮਿਕ ਗ੍ਰੰਥਾਂ ਵਿੱਚੋਂ ਹੀ ਮਿਲੀ। ਹੁਣ ਕੁਛ ਜਿਹੜੇ ਆ ਜਿਨ੍ਹਾਂ ਦੇ ਬਾਰੇ ਹੁਣ ਅਸੀਂ ਗੱਲ ਕਰਾਂਗੇ, ਫਾਰਸੀ ਦੇ ਇਤਿਹਾਸਿਕ ਗ੍ਰੰਥ। ਫਾਰਸੀ ਦੇ ਇਤਿਹਾਸਿਕ ਗ੍ਰੰਥ ਕਿਹੜੇ ਸੀਗੇ? ਤੁਜਕ-ਏ ਬਾਬਰੀ, ਜਿਹਨੂੰ ਕਿ ਆਪਾਂ ਬਾਬਰਨਾਮਾ ਕਹਿੰਦੇ ਆ। ਇਹ ਵੀ ਜਿਹੜਾ ਕਾਫੀ ਇੰਪੋਰਟੈਂਟ 1 ਨੰਬਰ ਦੇ ਕੁਐਸਚਨ ਦੇ ਵਿੱਚ ਤੁਹਾਨੂੰ ਜਾਂ ਖਾਲੀ ਸਥਾਨ ਦੇ ਰੂਪ ਦੇ ਵਿੱਚ ਵੀ ਦੇਖਣ ਨੂੰ ਮਿਲਦੇ ਆ। ਸੋ ਇੰਪੋਰਟੈਂਟ ਹੈ। ਲੇਖਕ ਜਾਂ ਸਮਾਂ, ਬਾਬਰ ਦੀ ਆਤਮ ਕਥਾ ਤੁਰਕੀ ਭਾਸ਼ਾ ਦੇ ਵਿੱਚ ਹੈ। ਬਿਰਤਾਂਤ ਕੀ ਹੈ ਇਹਦਾ? ਕਿ ਪੰਜਾਬ ਦੀ ਰਾਜਨੀਤਿਕ, ਸਮਾਜਿਕ, ਆਰਥਿਕ ਤੇ ਭੂਗੋਲਿਕ ਅਵਸਥਾ ਦਾ ਵਰਣਨ। ਇਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਮਿਲਾ ਕੇ ਜਿਹੜਾ ਵਾ ਪੰਜਾਬ ਦਾ ਇਤਿਹਾਸ ਰਚਿਆ ਗਿਆ। ਦੂਸਰੀ ਵਾਰੀ ਗੱਲ ਕਰਦੇ ਹਾਂ ਆਇਨੇ ਅਕਬਰੀ ਅਤੇ ਅਕਬਰਨਾਮਾ। ਅਬੂਲ ਫਜ਼ਲ ਅਕਬਰ ਦਾ ਦਰਬਾਰ ਜਾਂ ਵਿਦਵਾਨ ਅਤੇ ਸਲਾਹਕਾਰ ਫਾਰਸੀ ਵਿੱਚ, ਇਹ ਵੀ ਇੰਪੋਰਟੈਂਟ ਹੈ। 1556 ਤੋਂ ਲੈ ਕੇ 1662 ਤੱਕ ਦੀਆਂ ਇਤਿਹਾਸਿਕ ਘਟਨਾਵਾਂ ਦਾ ਵਰਣਨ। ਤੀਸਰਾ ਗ੍ਰੰਥ ਸਾਹਮਣੇ ਆਉਂਦਾ ਤੁਜਕ-ਏ ਜਹਾਂਗੀਰੀ, ਜੋ ਕਿ ਜਹਾਂਗੀਰ ਦੀ ਆਤਮ ਕਥਾ ਹੈ। ਇਹਦੇ ਵਿੱਚੋਂ ਕੀ ਮਿਲਿਆ ਵਾ? ਸਰਹਿੰਦ, ਲਾਹੌਰ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ। ਚੌਥਾ ਕੀ ਆਉਂਦਾ ਹੈ? ਖੁਲਾਸਤ ਉਤ ਤਵਾਰੀਖ, ਜੋ ਕਿ ਸੁਜਾਨ ਰਾਏ ਭੰਡਾਰੀ ਜੀ ਦੀ ਰਚਨਾ ਵਾ, ਜੋ ਕਿ 1696 ਈਸਵੀ ਦੇ ਵਿੱਚ ਕੀਤੀ ਗਈ। ਤੇ ਇਹਦੇ ਬਾਰੇ ਕੀ ਇਹਦਾ ਬਿਰਤਾਂਤ ਕੀ ਨਿਕਲ ਕੇ ਆਉਂਦਾ ਵਾ? ਔਰੰਗਜ਼ੇਬ ਦੇ ਰਾਜਕਾਲ ਦੀਆਂ ਘਟਨਾਵਾਂ। ਮੁਤਖਿਬ ਉਲ ਲੁਬਾਬ ਖਾਫੀ ਖਾਨ ਦੁਆਰਾ 1722 ਵਿੱਚ ਲਿਖੀ ਗਈ ਹੈ। ਬੰਦਾ ਬਹਾਦਰ ਦੇ ਸੈਨਿਕ ਕਾਰਨਾਮਿਆਂ ਬਾਰੇ, ਸਿੱਖਾਂ ਦੇ ਵਿਰੁੱਧ ਧਾਰਮਿਕ ਭਾਵਨਾਵਾਂ ਜੋ ਰੱਖਦਾ ਸੀਗਾ, ਇਹਦੇ ਬਾਰੇ ਜਿਹੜਾ ਵਾ ਸਪੈਸੀਫਿਕ ਡਿਟੇਲ ਮਿਲੀ। ਤੇ ਇਸੇ ਤਰ੍ਹਾਂ ਹੀ ਸਿੱਖਾਂ ਦੀ ਸਾਨੂੰ ਜਿਹੜੀ ਸਥਿਤੀ ਵੀ ਇਹਨਾਂ ਦੁਆਰਾ ਜਾਣਨ ਨੂੰ ਮਿਲਦੀ ਕਿ ਕਿਵੇਂ ਉਸ ਸਮੇਂ ਸਿੱਖ ਜਿਹੜੇ ਸੀਗੇ ਸੰਘਰਸ਼ ਕਰਦੇ ਪਏ ਸੀਗੇ। ਜੰਗਨਾਮਾ ਕਾਜ਼ੀ ਨੂਰ ਮੁਹੰਮਦ 1765 ਵਿੱਚ ਲਿਖਿਆ ਗਿਆ। ਅਹਿਮਦ ਸ਼ਾਹ ਅਬਦਾਲੀ ਅਤੇ ਸਿੱਖਾਂ ਦੇ ਯੁੱਧਾਂ ਬਾਰੇ ਪੂਰਾ ਦਾ ਪੂਰਾ ਵਰਣਨ ਇਹਦੇ 'ਚ ਮਿਲਦਾ ਵਾ। ਖਾਲਸਾਨਾਮਾ ਬਖਤਮਲ 1814 ਵਿੱਚ ਕੈਥਲ ਦੇ ਰਾਜੇ ਨਾਲ ਸਿੰਘਾਂ ਦੀ ਸਰਪ੍ਰਸਤੀ ਪ੍ਰਾਪਤ ਕਰਨ ਦੇ ਸਮੇਂ ਲਿਖਿਆ ਗਿਆ। ਸਿੱਖ ਗੁਰੂਆਂ ਤੋਂ ਲੈ ਕੇ ਰਣਜੀਤ ਸਿੰਘ ਦੇ ਮੁੱਢਲੇ ਜੀਵਨ ਬਾਰੇ, ਮੁੱਢਲੇ ਯਾਨੀ ਕਿ ਸ਼ੁਰੂਆਤੀ ਜੀਵਨ ਬਾਰੇ। ਹੁਣ ਅਸੀਂ ਗੱਲ ਕਰਦੇ ਹਾਂ ਕੁਛ ਜਿਹੜੇ ਵਿਦੇਸ਼ ਯਾਤਰੀਆਂ ਦੇ ਬਿਰਤਾਂਤ ਤੇ ਅੰਗਰੇਜ਼ ਅਤੇ ਹੋਰ ਇਤਿਹਾਸਿਕ ਗ੍ਰੰਥ। ਜਿਵੇਂ ਕਿ ਪੂਰਾ ਦਾ ਪੂਰਾ ਚੈਪਟਰ ਹੀ ਇਸੇ ਚੀਜ਼ ਨੂੰ ਆ ਕਿ ਪੰਜਾਬ ਦਾ ਇਤਿਹਾਸ ਹੀ ਕਿਵੇਂ ਰਚਿਆ ਗਿਆ ਅਲੱਗ-ਅਲੱਗ ਤਰੀਕੇ ਨਾਲ। ਆਪਾਂ ਪੰਜਾਬੀ ਸਿੱਖਾਂ ਦੇ ਇਤਿਹਾਸਿਕ ਧਰਮ ਗ੍ਰੰਥ ਵੀ ਦੇਖ ਲਏ ਨੇ, ਅਰਧ ਇਤਿਹਾਸਿਕ ਗ੍ਰੰਥਾਂ ਵੀ ਦੇਖ ਲਏ ਨੇ, ਫਾਰਸੀ ਗ੍ਰੰਥ ਵੀ ਦੇਖ ਲਏ ਨੇ। ਹੁਣ ਅਸੀਂ ਕੁਛ ਬਾਹਰ ਦੇ ਲੋਕ ਸੀਗੇ, ਕੁਛ ਜੋ ਫੋਰਨ ਉਸ ਟਾਈਮ 'ਤੇ ਜਿਨ੍ਹਾਂ ਨੇ ਉਸ ਟਾਈਮ ਦੀ ਜਿਹੜੀ ਆ ਜਾਣਕਾਰੀ ਸਾਨੂੰ ਦਿੱਤੀ। ਸਿੱਖਾਂ ਦੀ ਉਤਪੱਤੀ ਤੇ ਵਿਕਾਸ, ਜੇਮਸ ਬਰਾਊਨ ਜੋ ਕਿ 1788 ਵਿੱਚ ਲਿਖੀ ਸੀ, ਇਸ ਨੇ ਜਿਹੜੇ ਕਿ ਸਿੱਖ ਦੇ ਰਾਜ ਬਾਰੇ ਜਾਣਕਾਰੀ ਦਿੱਤੀ। ਇਹ ਜਦੋਂ ਆਪਾਂ ਗੱਲ ਕਰਦੇ ਹਾਂ ਇਹ ਸਾਰਾ ਜਿਹੜਾ ਵਰਣਨ ਆ ਐਂਗਲੋ ਸਿੱਖਾਂ ਦੇ ਵਿੱਚ, ਇਹ ਉਸ ਟਾਈਮ ਦੇ ਬਾਰੇ ਜਿਹੜੀ ਇਹਨਾਂ ਨੇ ਆਪਣੀ ਬੁੱਕਸ ਜਿਹੜੀਆਂ ਉਸ ਸਮੇਂ ਇਹਨਾਂ ਨੇ ਪਬਲਿਸ਼ ਕੀਤੀਆਂ। ਇਹ ਉਸ ਟਾਈਮ ਦੇ ਸਾਰੀ ਘਟਨਾਵਾਂ ਦਾ ਸਾਨੂੰ ਜਿਹੜਾ ਇਹਨਾਂ ਕੋਲੋਂ ਜਿਹੜਾ ਵਾ ਪੂਰੀ ਦੀ ਪੂਰੀ ਇਨਫੋਰਮੇਸ਼ਨ ਮਿਲਦੀ ਆ। ਦੂਸਰੀ ਆਪਾਂ ਗੱਲ ਕਰਦੇ ਸਿੱਖਾਂ ਸੰਬੰਧੀ ਲੇਖ। ਪੋਲੀਅਰ ਈਸਟ ਇੰਡੀਆ ਕੰਪਨੀ ਦਾ ਅਧਿਕਾਰੀ 1780 ਦੇ ਵਿੱਚ ਸਿੱਖਾਂ ਦੀ ਰਾਜ ਪ੍ਰਣਾਲੀ ਅਤੇ ਲੋਕਤੰਤਰੀ ਸੰਸਥਾਵਾਂ ਦਾ ਵਰਣਨ ਇਹਨੇ ਕੀਤਾ। ਫੋਰਸਟਰ ਦਾ ਯਾਤਰਾ ਵੇਰਵਾ। ਫੋਰਸਟਰ ਨੇ ਕਲਕੱਤਾ ਤੋਂ ਇੰਗਲੈਂਡ ਤੱਕ ਦੀ ਯਾਤਰਾ ਕੀਤੀ 1798 ਦੇ ਵਿੱਚ, ਤੇ ਇਸ ਨੇ ਗੁਰੂ ਨਾਨਕ ਦੇਵ ਜੀ ਦੀ, ਨਾਦਰ ਸ਼ਾਹ ਅਤੇ ਅਫਗਾਨਾਂ ਦੇ ਹਮਲੇ ਬਾਰੇ ਜਾਣਕਾਰੀ ਦਿੱਤੀ। ਸਿੱਖਾਂ ਦਾ ਸੰਖੇਪ ਵਰਣਨ ਮੈਲਕੋਮ ਨੇ 1812 ਵਿੱਚ ਲਿਖੀ ਗਈ। ਸਿੱਖਾਂ ਬਾਰੇ ਜਾਣਕਾਰੀ ਤੇ ਪੱਖਪਾਤ ਰਹਿਤ ਪ੍ਰਮਾਣਿਕ, ਠੀਕ ਹੈ। ਇਹਦੇ ਵਿੱਚ ਜੋ ਸਪੈਸੀਫਿਕ ਜਿੰਨੀ ਡਿਟੇਲ ਦਿੱਤੀ ਉੱਥੇ ਲਿਖਿਆ ਵੀ ਕਿ ਪੱਖਪਾਤ ਰਹਿਤ ਹੈਗੀ ਆ। ਪ੍ਰਿੰਸੇਪ ਦਾ ਗ੍ਰੰਥ ਪ੍ਰਿੰਸੇਪ ਨੇ 1834 ਵਿੱਚ ਲਿਖਿਆ ਸਿੱਖ ਸ਼ਕਤੀ ਦੇ ਉਭਾਰ ਬਾਰੇ। ਕਨਿੰਗਮ ਰਚਿਤ ਸਿੱਖਾਂ ਦਾ ਇਤਿਹਾਸ ਹੈ, ਇੰਪੋਰਟੈਂਟ ਹੈ। ਜੋਸਫ ਡੇਵੀ ਕਨਿੰਗਮ 1847 ਈਸਵੀ ਦੇ ਵਿੱਚ। 1836 ਤੋਂ 1846 ਈਸਵੀ ਉੱਤਰ ਪੱਛਮੀ ਏਜੰਸੀ ਦੇ ਮੁਖੀ ਦਾ ਨਿੱਜੀ ਸਹਾਇਕ ਰਿਹਾ ਵਾ। ਪੱਕਾ ਸਿੱਖ ਕਿਹਾ ਜਾਂਦਾ ਹੈ ਇਸ ਨੂੰ, ਅਤੇ ਪੱਖਪਾਤ ਰਹਿਤ ਤੇ ਪ੍ਰਮਾਣਿਕ ਲੇਖ ਦਾ ਮੰਨਿਆ ਜਾਂਦਾ ਹੈ। ਸੋ ਇਹ ਕਾਫੀ ਅੱਗੇ ਕੰਪਲੀਕੇਟਡ ਕਰ ਦੇਣ ਵਾਲਾ ਵਾ, ਪਰ ਧੀਰੇ ਧੀਰੇ ਜਿਸ ਤਰ੍ਹਾਂ ਮੈਂ ਦੱਸਿਆ ਵਾ ਜੇਕਰ ਤੁਸੀਂ ਉਸ ਚੀਜ਼ ਨੂੰ ਫੋਲੋ ਕਰਦੇ ਹੋ ਤੇ
श्योरली ਤੁਹਾਨੂੰ एग्जाम ਦੇ टाइम ਤੇ ਕੋਈ ਵੀ डिफिकल्टी फेस नहीं करनी पेगी, खास करके किसी का भी नाम याद करने ਲਈ, ਕਿਸੇ ਗ੍ਰੰਥ ਦਾ ਕੋਈ टाइम पीरियड ਨੂੰ याद ਕਰਨ ਲਈ। सो ਇਹ ਸੀਗਾ ਇੱਕ क्विक रिकैप ਸਾਰੇ ਚੈਪਟਰਸ ਦਾ ਦੇਣ ਦੀ ਮੈਂ ਕੋਸ਼ਿਸ਼ ਕਰੂੰਗੀ। ਸੋ ਅੱਜ ਅਸੀਂ ਲਰਨ ਕੀਤਾ ਵਾ ਸੈਕਿੰਡ ਚੈਪਟਰ, ਪੰਜਾਬ ਦੇ ਇਤਿਹਾਸਿਕ ਨਿਰਮਾਣ ਵਿੱਚ ਔਂਕੜਾਂ ਅਤੇ ਸਮੱਸਿਆਵਾਂ। ਸੋ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਸ ਚੈਪਟਰ ਨੂੰ ਜਿੰਨਾ ਤੋਂ ਜ਼ਿਆਦਾ ਹੋ ਸਕੇ ਵੱਧ ਤੋਂ ਵੱਧ ਡਿਟੇਲ ਪ੍ਰੋਵਾਈਡ ਕਰਨ ਦੀ ਅਤੇ ਅੱਛੇ ਤਰੀਕੇ ਨਾਲ ਸਮਝਾਉਣ ਦੀ। ਸੋ ਜੇਕਰ ਅੱਛਾ ਲੱਗਾ ਹੋਏ ਤੁਹਾਨੂੰ ਵੀਡੀਓ ਤੋਂ ਜ਼ਿਆਦਾ ਸਟੂਡੈਂਟਸ ਨਾਲ ਸ਼ੇਅਰ ਕਰੋ ਅਤੇ ਟੇਕ ਕੇਅਰ ਐਂਡ ਬਾਏ ਬਾਏ।